ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਰਮ ਗੋਦ ਵਿੱਚ ਦੂਰੋਂ ਨੇੜਿਓਂ ਚੱਲ ਕਰਕੇ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਜਿਨ੍ਹਾਂ ਨੂੰ ਨਿਤਾ ਪ੍ਰਤ ਸਤਸੰਗ ਦੀਆਂ ਘੜੀਆਂ ਦੇ ਵਿੱਚ ਜੁੜਨ ਦਾ ਅਵਸਰ ਪ੍ਰਾਪਤ ਹੁੰਦਾ ਹੈ। ਆਓ ਇਸ ਵੇਲੇ ਨੂੰ ਸੁਹਾਵਣਾ ਬਣਾਈਏ। ਸਤਿਗੁਰਾਂ ਦੀ ਪਾਵਨ ਕਥਾ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ। ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ, ਜਿਨ੍ਹਾਂ ਦੀ ਹਜ਼ੂਰੀ ਵਿੱਚ ਦਿਨ ਰਾਤ ਆਪਾ ਸੌਂਪ ਕੇ ਸੇਵਾ ਕਰਦੇ ਨੇ ਭਾਈ ਹਿੰਦਾਲ ਜੀ। ਇੱਕ ਦਿਨ ਸਹਿਜ ਸੁਭਾਅ ਗੁਰੂ ਰਾਮਦਾਸ ਪਾਤਸ਼ਾਹ ਜੀ ਲੰਗਰਾਂ ਵਿੱਚ ਆਏ। ਭਾਈ ਹਿੰਦਾਲ ਜੀ ਵੱਡੀ ਪਰਾਤ ਵਿੱਚ ਸੰਗਤ ਲਈ ਆਟਾ ਗੁੰਨ ਰਹੇ ਨੇ। ਹੱਥ ਆਟੇ ਨਾਲ ਭਰੇ ਨੇ। ਗੁਰੂ ਚਰਨਾਂ ਵਿੱਚ ਮੱਥਾ ਵੀ ਟੇਕਣਾ ਹੈ। ਜੇ ਨਮਸਕਾਰ ਨਾ ਕੀਤੀ ਤੇ ਸਤਿਗੁਰਾਂ ਦਾ ਨਰਾਦਰ ਹੈ। ਉੱਠ ਕੇ ਚਰਨਾਂ ਤੇ ਸੀਸ ਨਵਾਇਆ, ਦੋਨੋਂ ਹੱਥ ਪਿੱਠ ਪਿੱਛੇ ਮੋੜ ਲਏ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੇਖ ਕੇ ਅੰਦਰ ਦੀ ਭਾਵਨਾ ਬੜੇ ਵਰ ਦਿੱਤੇ। ਆਖਿਆ, ਭਾਈ ਹਿੰਦਾਲ, ਤੇਰੀ ਸੇਵਾ ਪ੍ਰਵਾਨ ਹੈ। ਅੱਜ ਤੋਂ ਬਾਅਦ ਤੇਰੀ ਕੁੱਲ, ਤੇਰਾ ਪਰਿਵਾਰ ਤੇ ਤੇਰੀ ਸੰਗਤ ਜਦ ਵੀ ਮੱਥਾ ਟੇਕਿਆ ਕਰੇਗੀ, ਦੋਨੋਂ ਹੱਥ ਪਿੱਛੇ ਕਰਕੇ ਟੇਕੇਗੀ ਤੇ ਤੁਹਾਡੀ ਬੰਦਨਾ ਪ੍ਰਵਾਨ ਹੋਏਗੀ। ਭਾਈ ਹਿੰਦਾਲ ਜੀ ਦੇ ਜਾਣ ਤੋਂ ਬਾਅਦ ਉਹਨਾਂ ਦੀ ਕੁੱਲ ਦੇ ਵਿੱਚ ਇੱਕ ਸਾਕਤ ਪੁਰਸ਼ ਪੈਦਾ ਹੋਇਆ, ਜਿਸ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਸੁਣਿਆ ਵੀ, ਪੜ੍ਹਿਆ ਵੀ, ਪਰ ਪੜ੍ਹ ਸੁਣ ਕੇ ਸੱਪ ਵਾਲੀ ਹਾਲਤ ਹੋ ਗਈ। ਸੱਪ ਨੂੰ ਦੁੱਧ ਪਿਲਾਈਏ ਜ਼ਹਿਰ ਬਣਾ ਦਿੰਦਾ ਹੈ। ਗੁਰੂ ਸਾਹਿਬ ਦੀ ਮਹਿਮਾ ਉਹਦੇ ਤੋਂ ਬਰਦਾਸ਼ਤ ਨਾ ਹੋਈ। ਸਤਿਗੁਰਾਂ ਦੀ ਇਹ ਪੋਥੀ ਜੋ ਗੁਰੂ ਅੰਗਦ ਦੇ ਪਾਤਸ਼ਾਹ ਨੇ ਲਿਖਵਾਈ ਸੀ, ਉਹਨੂੰ ਖੁਰਦ ਬੁਰਦ ਕੀਤਾ ਉਹਨੇ। ਇਹਨਾਂ ਸਾਰੇ ਪ੍ਰਸੰਗਾਂ ਨੂੰ ਆਪ ਜੀ ਨੇ ਵਿਸਥਾਰ ਸਹਿਤ ਸੁਣਿਆ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪਾਓ ਪ੍ਰੇਮ ਦੀ ਸਾਂਝ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਚੌਪਈ ਗੁਰ ਅੰਗਦ ਜੀ ਜੋ ਲਿਖਵਾਈ, ਬਹੁ ਨਹਿ ਲਿਖੀ ਰਹੀ ਇੱਕ ਥਾਈ। ਮਹਾਕਵੀ ਭਾਈ ਸੰਤੋਖ ਸਿੰਘ ਇਸ ਪਾਵਨ ਕਥਾ ਦੇ ਕਾਰਨ ਦੱਸ ਰਹੇ ਨੇ। ਜੋ ਪੋਥੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਤੋਂ ਸੁਣ ਕੇ ਕਥਾ ਲਿਖਵਾਈ, ਉਹ ਕੇਵਲ ਅਸਲ ਇੱਕੋ ਹੀ ਸੀ। ਕੋਈ ਵੀ ਗ੍ਰੰਥ ਅਸਲ ਖਰੜਾ ਇੱਕ ਹੀ ਹੁੰਦਾ ਹੈ। ਉਹ ਤੋਂ ਬਾਅਦ ਉਹਦੀਆਂ ਨਕਲਾਂ, ਕਾਪੀਜ਼ ਕੀਤੀਆਂ ਜਾਂਦੀਆਂ। ਭਾਈ ਬਾਲਾ ਜੀ ਦੀ ਉਹ ਪਾਵਨ ਸੁਣਾਈ ਹੋਈ ਕਥਾ ਦੀ ਪੋਥੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਭਾਈ ਹਿੰਦਾਲ ਜੀਆਂ ਨੂੰ ਦਿੱਤੀ। ਇੰਨਾ ਪ੍ਰੇਮ ਗੁਰੂ ਸਾਹਿਬ ਨੇ ਉਹਨਾਂ ਨੂੰ ਕੀਤਾ। ਪਰ ਕਹਿੰਦੇ ਇਹਨਾਂ ਦੀ ਕੁੱਲ ਵਿੱਚ ਜਿਹੜਾ ਸਾਕਤ ਪੁਰਸ਼ ਪੈਦਾ ਹੋਇਆ ਸੀ, ਸਤਿਗੁਰਾਂ ਦੀ ਮਹਿਮਾ ਜੀ ਤੋਂ ਸੁਣ ਕੇ ਪੜ੍ਹ ਕੇ ਬਰਦਾਸ਼ਤ ਨਾ ਹੋਈ। ਉਹਨੇ ਸਾਰੀ ਪੋਥੀ ਪੜ੍ਹੀ, ਅੰਦਰੋਂ ਈਰਖਾ ਨੇ ਜਨਮ ਲੈ ਲਿਆ। ਇੱਕ ਕਬੀਰ ਬੰਸੀ ਮਿਲ ਤਾਹੀ, ਸੋ ਪੋਥੀ ਪੜ੍ਹ ਗੁਣ ਮਨ ਮਾਹੀ। ਚਲੋ ਇਹਨਾਂ ਨੇ ਜੋ ਕੀਤਾ ਅਲੱਗ ਬਾਤ। ਕਹਿੰਦੇ ਭਗਤ ਕਬੀਰ ਜੀਆਂ ਦੀ ਕੁੱਲ ਦੇ ਵਿੱਚੋਂ ਵੀ ਇੱਕ ਐਸਾ ਜੰਮ ਪਿਆ, ਉਹਦੇ ਵੀ ਮਨ ਵਿੱਚ ਆਇਆ, ਜੇ ਭਾਈ ਹਿੰਦਾਲ ਦਾ ਪਰਿਵਾਰ ਉਹਨਾਂ ਦੀ ਕੁਰਬਾਨੀ ਨੂੰ ਵੱਡਿਆਂ ਲਿਖ ਸਕਦਾ ਤੇ ਅਸੀਂ ਕਿਉਂ ਨਹੀਂ।
ਜਿਵੇਂ ਘੁਮਿਆਰੀ ਆਪਣੇ ਭਾਂਡੇ ਦੀ ਸਿਫਤਾਬ ਕਰਦੀ ਫਿਰਦੀ ਹੈ, ਉਹਨਾਂ ਸਾਖਤ ਲੋਕਾਂ ਨੇ ਕਬੀਰ ਪੰਥੀਆਂ ਦੇ ਵਿੱਚੋਂ ਵੀ ਕਹਿੰਦੇ ਇਹ ਕਰਤੂਤ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਅੱਜ ਨਹੀਂ ਵੀ ਅੱਜ ਏਜੰਸੀਆਂ ਨੂੰ ਬਰਦਾਸ਼ਤ ਨਹੀਂ ਹੁੰਦੀ, ਉਦੋਂ ਵੀ ਆਹੀ ਗੱਲ ਸੀ। ਹਰ ਵੱਡਾ ਧਰਮ ਨਵੇਂ ਉੱਠਦੇ ਧਰਮ ਨੂੰ ਅਡਾਪਟ ਕਰਦਾ ਹੈ, ਖਾ ਜਾਂਦਾ ਹੈ, ਖਤਮ ਕਰ ਦਿੰਦਾ ਹੈ। ਉਦੋਂ ਲੋਕਾਂ ਦੇ ਵਿੱਚ ਪਖੰਡ ਬੜਾ ਸੀ। ਹਰ ਕੋਈ ਕਹਿੰਦਾ ਸੀ ਸਾਡੀ ਕੁੱਲ ਦਾ ਬੰਦਾ ਗੁਰੂ ਬਣ ਜੇ ਤੇ ਅਸੀਂ ਵੱਡਿਆਂ ਤੋਂ ਕੀ ਲੈਣਾ, ਸਾਡੀ ਪੂਜਾ ਹੋਵੇ। ਕਬੀਰ ਪੰਥੀਆਂ ਦੇ ਵਿੱਚੋਂ ਵੀ ਕਹਿੰਦੇ ਇੱਕ ਸਾਖਤ ਪਾਪੀ ਨੇ ਇਹੋ ਕਰਤੂਤ ਕੀਤੀ ਹੈ। ਕਰ ਕੁਕਰਮ ਅਨਸੋਧ ਬਨਾਈ, ਆਪਨ ਵਡਨ ਕੀ ਕੀਮਤ ਕੀਰਤ ਪਾਈ। ਹੁਣ ਭਾਈ ਹਿੰਦਾਲ ਦੇ ਪਰਿਵਾਰ ਵਿੱਚੋਂ ਪੈਦਾ ਹੋਏ ਜਾਇ ਨੇ ਕੀ ਕੀਤਾ? ਉਹਨੇ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਮਹਿਮਾ ਕੱਟ ਕੇ ਭਾਈ ਹਿੰਦਾਲ ਦਾ ਨਾਮ ਲਿਖਤਾ। ਇਹੀ ਕੰਮ ਬਾਬਾ ਪ੍ਰਿਥੀ ਚੰਦ ਜੀ ਦੇ ਪੁੱਤਰ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਭਤੀਜੇ ਮਿਹਰਬਾਨ ਨੇ ਕੀਤਾ। ਗੁਰੂ ਨਾਨਕ ਸਾਹਿਬ ਦਾ ਨਾਮ ਕੱਟ ਦੇਣਾ ਤੇ ਆਪਣਾ ਲਿਖ ਲੈਣਾ। ਅੱਜ ਬੜੀਆਂ ਲਾਈਨਾਂ ਪੰਕਤੀਆਂ ਵੀ ਨਹੀਂ ਕਹਿ ਸਕਦੇ ਜੋ ਲੋਕਾਂ ਦੇ ਵਿੱਚ ਪ੍ਰਚਲਿਤ ਨੇ। ਸਤਿਗੁਰਾਂ ਦਾ ਨਾਮ ਵਰਤ ਕੇ ਲਿਖੀਆਂ ਗਈਆਂ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਦੱਸੋ ਕਿੱਥੇ ਲਿਖਿਆ ਬਾਣੀ 'ਚ? ਵਿਆਹ ਦੇ ਕਾਰਡਾਂ ਤੇ ਲਿਖਿਆ ਹੋਊਗਾ ਸਤਿਗੁਰ ਦਾ ਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ। ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ। ਦੱਸੋ ਲਿਖਿਆ ਕਿੱਥੇ ਬਾਣੀ 'ਚ? ਤੇਰਾ ਭਾਣਾ ਮੀਠਾ ਲਾਗੇ ਇਹ ਕਿੱਥੇ ਲਿਖਿਆ? ਕਿਤੇ ਵੀ ਨਹੀਂ। ਇਹ ਕਿਹਨਾਂ ਦੀ ਬਾਣੀ ਹੈ? ਇਹ ਉਹਨਾਂ ਸ਼ਰਾਰਤੀ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖ ਕੇ ਲਿਖਿਆ ਤਾਂ ਜੋ ਇਹ ਚੀਜ਼ਾਂ ਪ੍ਰਚਲਿਤ ਹੋਈਆਂ ਤੇ ਅਸੀਂ ਵੀ ਕਰ ਰਹੇ ਹਾਂ। ਭਗਤ ਫਰੀਦ ਜੀ ਦੇ ਨਾਂ ਤੇ, ਭਗਤ ਕਬੀਰ ਜੀ ਦੇ ਨਾਂ ਤੇ ਕਿੰਨੀ ਕੱਚੀ ਬਾਣੀ ਗਾਈ ਸੁਣੀ ਜਾਂਦੀ ਹੈ। ਆਮ ਸੁਣਦੇ ਹੋ ਫਰੀਦਾ ਤੇਰੀ ਝੋਪੜੀ ਗਲ ਕਟਿਆਂ ਕੇ ਪਾਸ, ਜੋ ਕਰਨਗੇ ਭਰਨਗੇ ਤੂੰ ਕਿਉਂ ਭਇਓ ਉਦਾਸ। ਦੱਸੋ ਜੀ 1430 ਅੰਗਾਂ 'ਚ ਲਿਖਿਆ ਕਿੱਥੇ ਹੈ ਕਿਤੇ? ਇਹ ਕੀ ਹੈ? ਇਹ ਰਲੇਵਾਸੀ। ਉਹਨਾਂ ਲੋਕਾਂ ਨੇ ਜਾਣ ਬੁੱਝ ਕੇ ਸਭ ਕੁਝ ਕੀਤਾ, ਕੱਲਾ ਬਾਣੀ ਨਾਲ ਨਹੀਂ। ਇਸੇ ਕਰਕੇ ਦੱਸ ਰਹੇ ਨੇ ਕਵੀ ਜੀ, ਕਹਿੰਦੇ ਉਸ ਵਿਅਕਤੀ ਨੇ ਇਸ ਪੋਥੀ ਨੂੰ ਸੋਧਣਾ ਹੁੰਦਾ, ਇੱਕ ਤੇ ਸੁਧਾਈ ਕਰਨੀ, ਇੱਕ ਅਣਸੋਧ ਮਤਲਬ ਮਿਲਾਵਟ ਕਰਨੀ। ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਵਿੱਚ ਉਹਨਾਂ ਮਿਲਾਵਟ ਕੀਤੀ ਹੈ। बचन अनुचित लिखे समुदाय, जिनके पढ़न सुनन अघ पाए। ऐसे बचन गुरु नानक साहब जी दे परथाए लिख दिते। कवि कहते जिन्हां नूं पढ़ के गुस्सा आ जांदा है, चंगा नहीं लगदा, अजोग गल्लां इत्ते कवि जी आप दसदे आ की नहीं हुंदा। जैलस, साड़ा, ईरखा ਬੰਦੇ ਨੂੰ ਕਿੱਥੋਂ ਕਿਸ ਹੱਦ ਤੱਕ ਸੁੱਟ ਸਕਦੀ ਕਰਨ ਵਾਲਾ ਵੀ ਨਹੀਂ ਸੋਚਦਾ। ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਸਾੜਾ ਅੰਦਰੋਂ ਹੋਇਆ ਵੀ ਸਾਡੇ ਵੱਡਿਆਂ ਦੀ ਵਡਿਆਈ ਕਿਉਂ ਨਹੀਂ। ਗੁਰੂ ਨਾਨਕ ਸਾਹਿਬ ਕੌਣ ਹੁੰਦੇ ਆ? ਕਹਿੰਦੇ ਉਹਨਾਂ ਨੇ ਬੜਾ ਕੁਝ ਊਟ ਪਟਾਂਗ ਸਤਿਗੁਰਾਂ ਦੇ ਬਾਰੇ ਬੋਲਿਆ, ਲਿਖਿਆ, ਅੱਜ ਤੱਕ ਪ੍ਰਚਲਿਤ ਆ ਉਹ ਚੀਜ਼ਾਂ। ਬੜੇ ਲੋਕ ਸੁਣਾਉਣਗੇ ਤੁਹਾਨੂੰ, ਬੜੀਆਂ ਇਹੋ ਜਿਹੀਆਂ ਕਈ ਵਾਰ ਮਨ ਘੜਤ ਜੀਆਂ ਸਾਖੀਆਂ ਇੰਟਰਨੈਟ ਤੇ ਮਿਲਦੀਆਂ ਨੇ ਜਿਨ੍ਹਾਂ ਦਾ ਕੋਈ ਵਜੂਦ ਨਹੀਂ ਹੁੰਦਾ। ਮਰਦ ਨੇ ਭਾਈ ਮਰਦਾਨੇ ਨੂੰ ਇੱਦਾਂ ਕਿਹਾ, ਭਾਈ ਮਰਦਾਨੇ ਨੇ ਆਹ ਕੀਤਾ। ਦੱਸੋ ਲਿਖਿਆ ਕਿੱਥੇ ਆ? ਇਹ ਕਿੱਥੋਂ ਆਈਆਂ ਗੱਲਾਂ? ਅੱਜ ਕੋਈ ਗੱਲ ਹੈ, ਅੱਗੇ ਬੀਰਬਲ ਦੇ ਗੱਲ ਪੈ ਜਾਂਦੀ ਸੀ। ਕੋਈ ਵੀ ਗੱਲ ਹੁੰਦੀ ਸੀ, ਬੀਰਬਲ ਨੇ ਅਕਬਰ ਨੂੰ ਇੱਦਾਂ ਕਿਹਾ। ਅਕਬਰ ਤੋਂ ਵੱਧ ਸਿਆਣਾ ਕੌਣ ਸੀ? ਬੀਰਬਲ ਵਰਗੇ ਤੇ ਬੇਵਕੂਫ ਉਹਦੇ ਕੋਲ ਪਤਾ ਨਹੀਂ ਕਿੰਨੇ ਸੀ। ਜਾਣ ਬੁੱਝ ਕੇ ਉਸ ਰਾਜੇ ਦੀ ਮਹਾਨਤਾ ਨੂੰ ਘਟਾਇਆ ਇਸਲਾਮ ਦੇ ਲੋਕਾਂ ਨੇ। ਇਸੇ ਤਰ੍ਹਾਂ ਹੀ ਕੀਤਾ ਗਿਆ ਸਿੱਖਾਂ ਦੇ ਵਿੱਚ ਵੀ। ਸਤਿਗੁਰਾਂ ਦੀ ਮਹਿਮਾ ਨੂੰ ਘੱਟ ਕਰਨ ਵਾਸਤੇ ਹੁਣ ਸੂਰਜ ਚੜ੍ਹਦਾ ਅਸਮਾਨ ਵਿੱਚ ਹੈ, ਉੱਲੂ ਕਹਿਣ ਸੂਰਜ ਦੀ ਲਾਈਟ ਘੱਟ ਗਈ। ਹੋ ਸਕਦਾ ਹੈ। ਕਵੀ ਜੀ ਕਹਿੰਦੇ ਨਿੰਦਕਾਂ ਨੇ ਪੂਰਾ ਜ਼ੋਰ ਲਾਇਆ, ਉਹ ਤੂੰ ਮੈਂ ਕਿਹੜੇ ਬਾਗ ਦੀਆਂ ਮੂਲੀਆਂ, ਇੱਥੇ ਤੇ ਲੋਕਾਂ ਨੇ ਰੱਬ ਨਹੀਂ ਬਖਸ਼ਿਆ। ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਇਤਰਾਜ਼ਯੋਗ ਗੱਲਾਂ ਉਹਨਾਂ ਲੋਕਾਂ ਨੇ ਲਿਖ ਦਿੱਤੀਆਂ। ਤਹਿ ਕੀ ਕੀਰਤ ਲਿਖੀ ਬਿਸਾਲੂ। ਆਖਰਕਾਰ ਭਾਈ ਹਿੰਦਾਲ ਦੀ ਕੁੱਲ ਵਿੱਚੋਂ ਜੰਮੇ ਪਾਪੀ ਨੇ ਆਪਣਾ ਵੱਡਾ ਜਾਣਿਆ ਵੀ ਜਿਹੜਾ ਸਾਡਾ ਵੱਡ ਵਡੇਰਾ ਭਾਈ ਹਿੰਦਾਲ,
ਉਹ ਤੋਂ ਵੱਡੀ ਮਹਿਮਾ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ, ਗੁਰੂ ਅੰਗਦ ਦੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਦੀ ਕਿਉਂ ਹੈ? ਕਿਤੇ ਨਾ ਕਿਤੇ ਹੰਕਾਰ ਹੋ ਗਿਆ। ਗੱਲ ਤੇ ਉਹੀ ਹੈ ਜੀ, ਸੱਪ ਨੂੰ ਦੁੱਧ ਪਿਲਾਓ ਮਿੱਤ ਬਣਦਾ ਹੈ, ਉਹਨੇ ਦੁੱਧ ਪੀ ਕੇ ਵੀ ਜ਼ਹਿਰ ਉਗਲੱਛ ਦੇਣਾ ਹੈ। ਬੇਸ਼ੱਕ ਸਤਿਗੁਰਾਂ ਨੇ ਭਾਈ ਹਿੰਦਾਲ ਨੂੰ ਆਪਣਾ ਰੂਪ ਬਣਾਇਆ, ਸਭ ਕੁਝ ਬਖਸ਼ਤਾ ਉਹਨੂੰ। ਭਾਈ ਹਿੰਦਾਲ ਥੋੜਾ ਮਾੜੇ ਆ। ਉਹਨਾਂ ਦੀ ਕੁੱਲ ਵਾਲੇ ਕਹਿੰਦੇ ਜੇ ਸਾਡਾ ਵੱਡਾ ਇੰਨਾ ਵੱਡਾ ਸੀ ਤਾਂ ਹੀ ਗੁਰੂ ਸਾਹਿਬ ਨੇ ਕਿਹਾ ਤੈਨੂੰ ਸੇਵਾ ਦੀ ਲੋੜ ਨਹੀਂ, ਘਰੇ ਜਾ। ਕਹਿੰਦੇ ਗੁਰੂ ਸਾਹਿਬ ਦਾ ਨਾਮ ਕੱਟ ਕੱਟ ਕੇ ਭਾਈ ਹਿੰਦਾਲ ਜੀ ਦਾ ਚੇਪੀ ਗਏ। ਇਹਨੂੰ ਕਹਿੰਦੇ ਪਾਇਰੇਸੀ। ਅੱਜ ਵੀ ਬੜੀ ਹੈ, ਅੱਜ ਤੋਂ 20 ਸਾਲ ਪਹਿਲਾਂ ਬੜੀ ਸੀ। ਗਾਣਾ ਗੀਤ ਕਿਸੇ ਦਾ ਹੁੰਦਾ ਹੈ, ਅਜੇ ਉਹਨੇ ਰਿਕਾਰਡ ਨਹੀਂ ਕਰਾਇਆ ਹੁੰਦਾ ਤੇ ਗਾ ਕੇ ਕਿਸੇ ਹੋਰ ਨੇ ਕੱਢ ਦੇਣਾ ਹੁੰਦਾ। ਇਸ਼ਤਿਹਾਰ ਕਿਸੇ ਨੇ ਲਿਖਿਆ, ਮਿਹਨਤ ਕਿਸੇ ਨੇ ਕੀਤੀ, ਕਾਪੀ ਪੇਸਟ ਕਰਕੇ ਨਾਮ ਕੋਈ ਹੋਰ ਲਿਖ ਗਿਆ। ਅੱਜ ਵੀ ਚੱਲਦਾ ਹੈ। ਪ੍ਰਸੰਗ ਕਿਸੇ ਨੇ ਸੁਣਾਇਆ, ਰਿਕਾਰਡ ਕਿਸੇ ਨੇ ਕਰਾਤਾ। ਮਿਹਨਤ ਕਿਸੇ ਨੇ ਕੀਤੀ ਹੈ, ਸੁਣਾ ਕੋਈ ਰਿਹਾ ਹੈ। ਪਾਇਰੇਸੀ ਉਹਨਾਂ ਸਮਿਆਂ ਵਿੱਚ ਵੀ ਸੀ। ਕਹਿੰਦੇ ਉਹਨਾਂ ਲੋਕਾਂ ਨੇ ਗੁਰੂ ਸਾਹਿਬ ਦਾ ਨਾਮ, ਸਤਿਗੁਰਾਂ ਦੀ ਮਹਿਮਾ ਕੱਟ ਕੱਟ ਕੇ ਨਾ ਭਾਈ ਹਿੰਦਾਲ ਦੀ ਮਹਿਮਾ ਲਿਖਤੀ। ਇਹ ਸੋਚਿਆ ਕਦੇ ਭਾਈ ਹਿੰਦਾਲ ਨੇ ਵੀ ਨਹੀਂ ਹੋਣਾ ਵੀ ਮੇਰੀ ਕੁੱਲ ਵਿੱਚੋਂ ਕੁਝ ਐਸੇ ਪਾਪੀ ਹੋਣਗੇ ਸਤਿਗੁਰਾਂ ਦਾ ਨਰਾਦਰ ਕਰਨਗੇ। ਸ਼੍ਰੀ ਨਾਨਕ ਤੇ ਵੱਡੀ ਬਣਾਏ, ਮਹਿਮਾ ਲਿਖਤ ਭਇਓ ਬਹੁ ਪਾਏ। ਆਖਰਕਾਰ ਇੱਥੋਂ ਤੱਕ ਪਾਪ ਕਮਾ ਲਿਆ ਜੀ। ਗੁਰੂ ਨਾਨਕ ਸਾਹਿਬ ਤੋਂ ਵੱਡੀ ਮਹਿਮਾ, ਵੱਡੀ ਉਸਤਤ ਭਾਈ ਹਿੰਦਾਲ ਦੀ ਲਿਖਤੀ। ਭਾਈ ਹਿੰਦਾਲ ਧਨ ਨੇ ਚ ਕੋਈ ਸ਼ੱਕ ਨਹੀਂ। ਗੁਰੂ ਨੇ ਲੱਖ ਵਾਰ ਕਿਹਾ ਮੇਰਾ ਸਿੱਖ ਮੇਰਾ ਰੂਪ ਹੈ। ਇਹਦਾ ਮਤਲਬ ਇਹ ਤਾਂ ਨਹੀਂ ਵੀ ਸਿੱਖ ਗੱਦੀ ਤੇ ਬਹਿ ਜੇ ਜਾ ਕੇ। ਇਹ ਤੇ ਗੁਰੂ ਦਾ ਵਡੱਪਣ ਹੈ। ਮਹਾਰਾਜ ਨੇ ਸਾਨੂੰ ਆਪਣਾ ਸਰੂਪ ਬਣਾਇਆ, ਆਪਣੇ ਵਰਗਾ ਬਣਾਇਆ, ਪਰ ਅਸੀਂ ਗੁਰੂ ਤਾਂ ਨਹੀਂ ਬਣ ਸਕਦੇ। ਇਹ ਤੇ ਸਾਨੂੰ ਸੋਚਣਾ ਚਾਹੀਦਾ ਨਾ। ਕਹਿੰਦੇ ਉਹਨਾਂ ਨਾਸਤਕਾਂ ਨੇ, ਉਹਨਾਂ ਸਾਕਤਾਂ ਨੇ ਭਾਈ ਹਿੰਦਾਲ ਦੀ ਸਿਫਤ ਵੱਡੀ ਕਰਤੀ, ਕੱਟ ਦਿੱਤਾ ਸਾਰਾ ਕੁਝ, ਨਵੇਂ ਸਿਰੇ ਤੋਂ ਜਨਮ ਸਾਖੀ ਲਿਖਤੀ। ਪਰ ਬੇਵਕੂਫੀ ਐਡੀ ਵੱਡੀ ਕਰ ਗਏ। ਦੇਖੋ ਚੋਰ ਦੇ ਪੈਰ ਨਹੀਂ ਹੁੰਦੇ। ਜਿਹੜੇ ਬੰਦੇ ਨੇ ਆਪ ਕੁਝ ਸਿੱਖਿਆ ਨਾ ਹੋਵੇ, ਪੜ੍ਹਿਆ ਨਾ ਹੋਵੇ ਨਾ, ਉਹ ਕਈ ਵਾਰ ਨਾ ਕਿਸੇ ਦੀ ਨਕਲ ਮਾਰਦਾ ਹੈ। ਉੱਥੇ ਵੀ ਅਕਲ ਦੀ ਲੋੜ ਹੁੰਦੀ ਹੈ। ਕਾਪੀ ਪੇਸਟ ਚੱਕਿਆ ਹੁੰਦਾ ਹੈ। ਲਿਖਦੇ ਰਹੇ ਗੁਰੂ ਨਾਨਕ ਸਾਹਿਬ ਤੋਂ ਵੱਡੀ ਮਹਿਮਾ ਭਾਈ ਹਿੰਦਾਲ ਦੀ, ਪਰ ਐਡਾ ਵੱਡਾ ਮੂਰਖ ਸੀ ਉਹ ਭੁੱਲ ਗਿਆ ਵੀ ਭਾਈ ਹਿੰਦਾਲ ਹੋਏ ਗੁਰੂ ਰਾਮਦਾਸ ਪਾਤਸ਼ਾਹ ਵੇਲੇ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਤੋਂ 2-3 ਸਤਿਗੁਰ ਪਹਿਲਾਂ ਹੋਏ ਆ, 100-150 ਸਾਲ ਪਹਿਲਾਂ ਹੋਏ ਆ। ਚਲੋ ਚੋਰੀ ਹੈ। ਚੋਰੀ ਦੀਆਂ ਚੀਜ਼ਾਂ ਆਪਣੀਆਂ ਕਿਵੇਂ ਬਣ ਸਕਦੀਆਂ ਨੇ? ਕਹਿੰਦੇ ਬੜਾ ਕੁਝ ਲਿਖਤਾ ਉਹਨੇ। ਬੜੇ ਇਤਰਾਜ਼ਯੋਗ ਸ਼ਬਦ ਗੁਰੂਆਂ ਲਈ ਲਿਖਦਾ ਗਿਆ। ਦੋਹਰਾ ਉਕਤ ਜੁਗਤ ਕਰ ਅਨੇਕ ਵਿਧ, ਸਾਖੀ ਕਰੀ ਅਸੋਧ, ਸੁਨ ਕਰ ਪਰਮੈ ਨਰ ਬਹੁਤ, ਜਿਨ ਕੇ ਮਨ ਨਹੀਂ ਬੋਧ। ਕਵੀ ਜੀ ਕਹਿੰਦੇ ਲਿਖਣ ਵਾਲੇ ਨੇ ਸਭ ਕੁਝ ਲਿਖਤਾ, ਲਿਖ ਕੇ ਉਹਨੇ ਅੱਗੇ ਵੰਡ ਦਿੱਤੀਆਂ। ਅੱਜ ਇਹੀ ਕਾਰਨ ਹੈ, ਮੈਂ ਬੜੀ ਵਾਰ ਕਿਹਾ, ਹੁਣ ਵੀ ਕਹਿਣਾ, ਧਾਰਮਿਕ ਸਥਾਨਾਂ ਤੇ ਵੰਡੀਆਂ ਜਾਂਦੀਆਂ ਕਿਤਾਬਾਂ ਲੈ ਕੇ ਨਾ ਪੜ੍ਹਿਆ ਕਰੋ। ਕਿਉਂ? ਉਹ ਚੀਜ਼ਾਂ ਪੜ੍ਹੋ ਜਿਹੜੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਟੀਫਾਈਡ ਨੇ, ਜੋ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਨੇ। ਇੱਥੇ ਤੇ ਮੇਰੇ ਵਰਗਾ 4 ਦਿਨ ਪੜ੍ਹਿਆ, ਆਪਣਾ ਗੁੱਸਾ ਦਿਮਾਗ ਦਾ ਸਾਰਾ ਇੱਕ ਕਿਤਾਬ ਤੇ ਲਾ ਤਾ, ਪੁੱਛਿਆ ਕਿਸੇ ਨੇ ਨਹੀਂ ਸਿੱਖੀ 'ਚ। ਕਿਤਾਬ ਲਿਖਤੀ, ਉਹ ਵੰਡਣ ਲੱਗ ਗਿਆ ਬਾਹਰ ਖੜਾ। ਲੋਕੀ ਪੜ੍ਹ ਪੜ੍ਹ ਕੇ ਸ਼ੰਕੇ ਕਰਦੇ। ਕਹਿੰਦੇ ਸ਼ੰਕੇ ਉਹ ਕਰਦੇ ਕਵੀ ਜੀ ਕਹਿੰਦੇ ਜਿਨ੍ਹਾਂ ਦੀ ਅਕਲ ਘੱਟ ਹੈ, ਬੋਧਕਤਾ ਦਾ ਤਲ ਛੋਟਾ ਏ। ਕਹਿੰਦੇ ਉਹਨਾਂ ਲੋਕਾਂ ਨੇ ਉਹ ਸਾਖੀਆਂ ਪੜ੍ਹੀਆਂ, ਪੜ੍ਹ ਕੇ ਜੀ ਉਹਨਾਂ ਗੁਰੂ ਸਾਹਿਬ ਦੀ ਨਿੰਦਿਆ ਸ਼ੁਰੂ ਕਰਤੀ। ਇਹੀ ਤੇ ਲਿਖਣ ਵਾਲਾ ਚਾਹੁੰਦਾ ਸੀ ਵੀ ਜਦ ਕੋਈ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਪੜ੍ਹੇ ਤੇ ਉਹਨਾਂ ਤੇ ਉਂਗਲਾਂ ਚੁੱਕ ਕੇ ਇਤਰਾਜ਼ ਕਰੇ, ਪਰ ਜਦ ਕੋਈ ਸਾਡੇ ਵੱਡਿਆਂ ਦੀ ਮਹਿਮਾ ਪੜ੍ਹੇ ਉਹਨਾਂ ਦੀਆਂ ਸਿਫਤਾਂ ਕਰੇ। ਚੌਪਈ ਤਿਹ ਸਾਕਤ ਐਸੀ ਉਰ ਧਾਰੀ, ਜਾਨ ਪਿਤਰ ਨਿਜ ਲਿਖਾ ਸੁਧਾਰੀ। ਪਰ ਲਿਖਣ ਵਾਲੇ ਦਾ ਮਕਸਦ ਸਿਰਫ ਇੱਥੋਂ ਤੱਕ ਸੀ ਵੀ ਸਾਡਾ ਜਿਹੜਾ ਪਿੱਤਰ ਹੈ ਵੱਡਾ ਏ ਭਾਈ ਹਿੰਦਾਲ, ਲੋਕੀ ਉਹਨੂੰ ਵੱਡਾ ਕਹਿਣ। ਵੱਡਾ ਬੇਸ਼ੱਕ ਉਹ ਵੱਡੇ ਆ, ਕੋਈ ਸ਼ੱਕ ਨਹੀਂ ਹੈ, ਪਰ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਵਰਗਾ ਕੌਣ ਹੋ ਸਕਦਾ ਹੈ? ਪਰ ਲਿਖਣ ਵਾਲੇ ਮੂਰਖ ਨੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ ਏ। ਗੁਰ ਕੇ ਸਿੱਖ ਹੋਏ ਅਧਿਕਾਈ, ਹਮਰੀ ਸੇਵ ਕਰਹਿ ਮਨ ਲਾਈ। ਮਹਾਕਵੀ ਲਿਖ ਰਹੇ ਆ, ਕਹਿੰਦੇ ਕਾਰਨ ਉਹਦੇ ਲਿਖਣ ਦਾ ਇਹ ਸੀ ਵਾਧੇ ਘਾਟੇ ਕਰਨ ਦਾ ਵੀ ਜਿਹੜੇ ਗੁਰੂ ਕੇ ਸਿੱਖ ਨੇ ਬੜੇ ਵੱਡੇ ਦਾਨੀ ਨੇ,
ਸੇਵਾ ਵਾਲੇ ਆ, ਸ਼ਰਧਾ ਵਾਲੇ ਆ। ਜਦ ਇਹ ਜਨਮ ਸਾਖੀਆਂ ਜੋ ਉਹਨੇ ਆਪਣੇ ਵੱਲੋਂ ਲਿਖੀਆਂ ਗਲਤ ਮਲਤ ਵੀ ਸਿੱਖਾਂ ਕੋਲ ਜਾਣਗੀਆਂ, ਘਰ ਘਰ ਜਾਣਗੀਆਂ, ਜਿਹੜਾ ਪੜੂਗਾ ਉਹ ਆਖੂਗਾ ਭਾਈ ਹਿੰਦਾਲ ਤੂੰ ਧੰਨ ਹੈ, ਤੂੰ ਤੇ ਬਾਬੇ ਨਾਨਕ ਤੋਂ ਵੀ ਵੱਡਾ ਹੈ। ਵੀ ਸਿੱਖ ਬਣਾਉਣਗੇ ਸ਼ਰਧਾ, ਤੇ ਜਦੋਂ ਬਣੂ ਸ਼ਰਧਾ ਤੇ ਫਿਰ ਭਾਈ ਹਿੰਦਾਲ ਦੇ ਘਰ 'ਚ ਬੈਠੇ ਉਹਦੀ ਗੱਦੀ ਤੇ ਉਹ ਆਪ ਹੀ ਰੱਬ ਹੋਣਗੇ। ਆਖੋ ਸਤਨਾਮ। ਆਹੀ ਕੰਮ ਪ੍ਰਿਥੀ ਚੰਦ ਨੇ ਕੀਤਾ, ਇਹੀ ਕੰਮ ਗੁਰੂ ਅੰਗਦ ਦੇ ਪਾਤਸ਼ਾਹ ਦੇ ਦੋਨੇ ਪੁੱਤਰ ਕਰਦੇ ਰਹੇ, ਦਾਤੂ ਤੇ ਦਾਸੂ ਜੀ। ਤੇ ਫਿਰ ਗੁਰੂ ਅਮਰਦਾਸ ਮਹਾਰਾਜ ਦੇ ਸੁਪੁੱਤਰ ਮੋਹਣ ਤੇ ਮੋਰੀ ਜੀ, ਉਹ ਵੀ ਕਿਤੇ ਨਾ ਕਿਤੇ ਇਸੇ ਪਾਸੇ ਲੱਗੇ ਰਹੇ। ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਬਾਬਾ ਸ੍ਰੀ ਚੰਦ, ਉਹ ਵੀ ਤੇ ਸਾਰੀ ਜ਼ਿੰਦਗੀ ਹੀ ਕਰਦੇ ਰਹੇ ਵੀ ਅਸੀਂ ਗੁਰੂ ਬਣੀਏ, ਕਿਉਂਕਿ ਸਾਡੇ ਬਾਪੂ ਜੀ ਗੁਰੂ ਸਨ। ਭੁਲੇਖੇ ਸਨ ਇਹ। ਇੱਥੇ ਇਹਨਾਂ ਨੇ ਭੁਲੇਖੇ ਪਾਲੇ ਵੀ ਸਿੱਖਾਂ ਕੋਲ ਇੰਨਾ ਗਿਆਨ ਕਿੱਥੇ ਹੋਊਗਾ, ਸ਼ਰਧਾ ਜ਼ਿਆਦੇ ਹੈ। ਭਲੇ ਜ਼ਮਾਨਿਆਂ ਦੀਆਂ ਗੱਲਾਂ ਵੀ ਜਿਉਂ-ਜਿਉਂ ਭਾਈ ਹਿੰਦਾਲ ਵਾਲੇ ਪੜ੍ਹਨਗੇ ਨਾ, ਉਹ ਸਾਡੇ ਵਾਲੇ ਪਾਸੇ ਆਉਣਗੇ, ਸਾਡਾ ਘਰ ਗੁਰਦੁਆਰਾ ਬਣ ਜਾਊਗਾ, ਇੱਥੇ ਲੋਕਾਂ ਦੀਆਂ ਲਾਈਨਾਂ ਕਤਾਰਾਂ ਹੋਣਗੀਆਂ, ਖਾਣ ਨੂੰ ਮੱਖਣ ਲੱਸੀ ਦੁੱਧ ਘਿਓ ਮਿਲੂਗਾ, ਚੰਗੀ ਚੜ੍ਹਤ ਹੋਊਗੀ। ਬਿਜ਼ਨਸ ਵੇਖ ਲਿਆ ਵੀ ਜਦ ਸਾਡੇ ਵੱਡੇ ਮਹਾਨ ਹੋਣਗੇ, ਸਾਡੀ ਪੂਜਾ ਆਪੀ ਹੋਣੀ ਹੈ। हमको मानेंगे बहु मानव, लिखी अधिकता और ए आनव। ਲਿਖਣ ਦਾ ਮਕਸਦ ਸਿਰਫ ਐਡਾ ਕੀ ਸੀ, ਛੋਟਾ ਜਿਹਾ, ਵੀ ਸਾਡੇ ਪਰਿਵਾਰ ਦੀ ਮੰਨਤ ਹੋਊਗੀ, ਪੂਜਾ ਹੋਊਗੀ, ਲੋਕੀ ਰੱਬ ਕਹਿਣਗੇ, ਮੱਥਾ ਟੇਕਣਗੇ, ਤੇ ਸੰਗਤਾਂ ਦੀ ਮਾਇਆ ਧਨ ਪਦਾਰਥ ਸਾਡੇ ਕੋਲ ਆ ਜਾਊਗਾ। ਐਡੀ ਛੋਟੀ ਸੋਚ ਪਿੱਛੇ ਐਡਾ ਵੱਡਾ ਪਾਪ ਕੀਤਾ ਏ। पूरब पोथी हुती जो सोई, देई बिपाशा बीच डबोई। ਹੁਣ ਜਿਸ ਵੇਲੇ ਉਹਨੇ ਆਪਣੇ ਨਾਂ ਤੇ ਪੋਥੀ ਲਿਖਤੀ, ਉਹਨੂੰ ਪੋਥੀ ਵੀ ਨਹੀਂ ਕਿਹਾ ਜਾ ਸਕਦਾ। ਇੱਕ ਬੁੱਕ ਕਹਿ ਲੋ, ਕਿਤਾਬ ਕਹਿ ਲੋ, ਜਿਲਦ ਕਹਿ ਲੋ, ਲਿਖਤੇ ਦਿੱਤੀ। ਰੱਖ ਕੇ ਨਾ ਅਸਲੀ ਪੋਥੀ ਘਰੇ ਸੋਚਦਾ ਹੈ, ਫਿਰ ਉਹਦੇ ਦਿਮਾਗ 'ਚ ਪਾਪ ਜਾਗਿਆ ਵੀ ਮਨਾ ਮੇਰਿਆ, ਜੇ ਮੈਂ ਮਰ ਗਿਆ, ਮੇਰੇ ਤੋਂ ਬਾਅਦ ਸਿੱਖਾਂ ਦੇ ਹੱਥ 'ਚ ਅਸਲੀ ਪੋਥੀ ਲੱਗ ਗਈ, ਫੇਰ ਕਰੀ ਕਰਾਈ ਤੇ ਪਾਣੀ। ਚੁੱਪ ਚਪੀਤਾ ਨਿਕਲਿਆ, ਕਈ ਅੰਗ ਪਾੜੇ, ਕਈ ਵਰਕੇ ਪਾੜੇ, ਉਹਦੇ ਬਿਆਸਾ ਦਰਿਆ 'ਚ ਸੁੱਟ ਆਇਆ ਵੀ ਹੁਣ ਨਹੀਂ ਕਿਸੇ ਦੇ ਹੱਥ ਲੱਗਦੀ। ਚਲੋ ਅੱਧ ਬਚੱਦੀ ਕਿਸੇ ਨੂੰ ਮਿਲੀ ਵੀ, ਉਹ ਅੱਧ ਬਚੱਦੀ ਫੱਟੀ ਪੁਰਾਣੀ। ਪਰ ਭਾਈ ਬਾਲਾ ਜੀ ਦੇ ਲਿਖਾਉਣ ਤੋਂ ਬਾਅਦ ਨਾ ਇਹ ਜਨਮ ਸਾਖੀ ਉਰਦੂ ਭਾਸ਼ਾ 'ਚ ਲਿਖੀ ਗਈ ਸੀ। ਹੁਣ ਜਿਹੜਾ ਚੋਰ ਹੁੰਦਾ ਨਾ, ਉਹਦੇ ਪੈਰ ਨਹੀਂ ਹੁੰਦੇ। ਆਖੋ ਸਤਨਾਮ। ਇਸੇ ਕਰਕੇ ਕਹਿੰਦੇ ਪੈਰਾਂ ਤੋਂ ਕੀ, ਲੱਤਾਂ ਤੋਂ ਬਿਨਾਂ ਤੁਰਿਆ ਫਿਰਦਾ ਨਹੀਂ, ਮਤਲਬ ਉਹ ਸੁਰਾਗ ਛੱਡ ਜਾਂਦਾ ਹੈ। ਜਿਸ ਵੇਲੇ ਉਹਨੇ ਪੋਥੀ ਸੁੱਟ ਦਿੱਤੀ, ਉਹਨੂੰ ਲੱਗਿਆ ਵੀ ਹੁਣ ਸਾਡੀਆਂ ਪੋਥੀਆਂ ਚੱਲਣਗੀਆਂ, ਜੋ ਅਸੀਂ ਲਿਖਿਆ ਹੀ ਗਾਉਣਗੇ ਲੋਕ, ਸਿੱਖ ਕਹਿਣਗੇ ਵੀ ਗੁਰੂ ਨਾਨਕ ਸਾਹਿਬ ਤੋਂ ਵੱਡਾ ਸੀ ਭਾਈ ਹਿੰਦਾਲ। ਹੁਣ ਭਾਈ ਹਿੰਦਾਲ ਜੀ ਦਾ ਕੀ ਕਸੂਰ ਹੈ? ਉਹ ਤੇ ਮਹਾਨ ਮਹਾਂਪੁਰਖ ਨੇ। ਅੱਗੇ ਕੁੱਲ ਦੇ ਵਿੱਚੋਂ ਜਿਹੜੇ ਜੰਮ ਪਏ ਉਹ ਇਹੋ ਜਿਹੇ ਸੀ। ਵਾਹਵਾ ਨਿੰਦਿਆ ਸਿੱਖਾਂ ਨੇ ਵੀ ਕੀਤੀ, ਪਰ ਬਣਿਆ ਕੁਛ ਨਾ। ਆਪਣੇ ਵੱਲੋਂ ਇਹਨੇ ਖੁਰਾ ਖੋਜ ਸਬੂਤ ਮਿਟਾ ਦਿੱਤੇ। ਪੋਥੀ ਨੂੰ ਪਾੜ ਪਾੜ ਲੀਰੋ ਲੀਰ ਕਰਕੇ ਬਿਆਸਾ ਦੇ ਪਾਣੀ ਵਿੱਚ ਬਹਾ ਦਿੱਤਾ। ਪੰਨੇ ਛੇਦੇ ਦੇ ਬਹਾਈ, ਜੋ ਸ਼੍ਰੀ ਗੁਰੂ ਅੰਗਦ ਲਿਖਵਾਈ। ਕਵੀ ਜੀ ਕਹਿੰਦੇ ਮੈਨੂੰ ਸੁਣ ਕੇ ਬੜਾ ਦੁੱਖ ਹੋਇਆ ਵੀ ਜੋ ਪੋਥੀ ਗੁਰੂ ਅੰਗਦ ਦੇ ਪਾਤਸ਼ਾਹ ਨੇ ਆਪ ਲਿਖਵਾਈ, ਸੰਗਤ ਵਿੱਚ ਬਹਿ ਕੇ ਭਾਈ ਪੈੜੇ ਨੇ ਲਿਖੀ, ਕਹਿੰਦੀ ਉਹ ਪਾੜ ਪਾੜ ਲੀਰ ਲੀਰ ਕਰਕੇ ਸੁੱਟ ਦਿੱਤੀ ਗਈ। ਤੇ ਪਾਪੀ ਇੰਨੇ ਖੁਸ਼ ਸੀ ਵੀ ਲੈ ਸਿੱਖਾਂ ਦਾ ਇਤਿਹਾਸ ਖਤਮ ਕਰਤਾ। ਇੱਕ ਵਾਰ ਹੋਇਆ, ਪੁਰਾਣੀਆਂ ਗੱਲਾਂ ਛੱਡੋ। ਚਲੋ ਜਦੋਂ ਸਿੱਖ ਘੋੜਿਆਂ ਤੇ ਸੀ ਸਿੰਘ, 1984 ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਕਿੱਥੇ ਹੈ ਪਤਾ ਕਿਸੇ ਨੂੰ? ਰਾਓ ਲੈ ਗਈ, ਇੰਟੈਲੀਜੈਂਸ ਲੈ ਗਈ, NIA ਚੁੱਕ ਕੇ ਲੈ ਗਈ, ਵਾਪਸ ਦੇ ਗਏ ਉਹਨਾਂ ਨੇ। ਤੇ ਫਿਰ ਵੀ ਮੋੜ ਦਿੱਤੀ CBI ਵਰਗਿਆਂ ਨੇ। ਸਾਡੇ ਜਿਹੜੇ ਮਸੰਦ ਸੀ ਨਾ ਪਾਪੀ, ਜਿਨ੍ਹਾਂ ਨੂੰ ਰੱਬ ਨੇ ਬਖਸ਼ਣਾ ਕਦੇ ਨਹੀਂ, ਸਿੱਖੀ ਭੇਸ ਵਿੱਚ ਨੀਲੀਆਂ ਪੀਲੀਆਂ ਵਾਲੇ, ਉਹਨਾਂ ਦੁਸ਼ਟਾਂ ਨੇ ਸਾਰਾ ਕੁਝ ਹੀ ਅਲੋਪ ਕਰਤਾ ਜੀ। ਚ ਦਸਮ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਬਾਬਾ ਦੀਪ ਸਿੰਘ ਦੇ ਹੱਥ ਲਿਖਤ ਸਰੂਪ, ਸਿੱਖੀ ਦਾ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਵੱਲੋਂ ਚੜਾਈ ਹੋਈ ਚਾਂਦਨੀ ਚੰਦੂਆ, ਸੋਹਣਾ ਚੌਰ ਸਾਹਿਬ, ਜਿਹੜਾ ਅਸਲ ਖਜ਼ਾਨਾ ਸੀ ਸਾਡਾ, ਅਰਬਾਂ ਖਰਬਾਂ ਡਾਲਰ ਦੇ ਕੇ ਵੀ ਨਹੀਂ ਮਿਲਦਾ। ਅੱਜ ਸਾਡੇ ਕੋਲ ਉਹਦੇ ਨਾਂ ਤੇ ਕੱਖ ਵੀ ਹੈ ਨਹੀਂ। ਕਾਹਦੇ ਲਈ ਕੀਤਾ ਗਿਆ? ਇਹਨਾਂ ਦੇ ਇਤਿਹਾਸ ਖਤਮ ਕੀਤਾ ਜਾਏ। ਇਹ ਅੱਜ ਦਾ ਨਹੀਂ ਹੋਇਆ, ਪਹਿਲਾਂ ਵੀ ਹੋਇਆ। ਕਹਿੰਦੇ ਜਦੋਂ ਭਾਈ ਹਿੰਦਾਲ ਦੀ ਕੁੱਲ ਵਾਲੇ ਉਸ ਪਾਪੀ ਸਾਖਤ ਬੰਦੇ ਨੇ ਕਰਤੂਤ ਕਰ ਦਿੱਤੀ ਨਾ, ਉਹਨੇ ਉਹ ਲਿਖਾ ਕੇ ਅੱਗੇ ਸਾਖੀ ਵੰਡੀ ਵੀ ਵੇਖੋ ਜੀ ਭਾਈ ਹਿੰਦਾਲ ਬਹੁਤ ਵੱਡੇ ਸੀ, ਵੱਡੇ ਗੁਰੂ ਸਾਹਿਬ ਵੀ ਫਿਰ ਇਹਨਾਂ ਅੱਗੇ ਝੁਕ ਗਏ। ਤਸਵੀਰਾਂ ਬਣਾ ਦਿੱਤੀਆਂ ਉਹਨਾਂ ਨੇ।
ਚਲੋ ਹੰਦਾਲੀਏ ਦੇ ਜਿਹੜੇ ਅੱਗੇ ਸੇਵਕ ਸਨ ਉਹ ਮੰਨੀ ਜਾਂਦੇ ਸੀ, ਜਿਵੇਂ ਰਾਮ ਰਾਏ ਦੇ ਸੇਵਕ ਹੁਣ ਵੀ ਮੰਨਦੇ ਆ, ਲਾਲ ਝੰਡੇ ਚੜਾਉਂਦੇ ਆ। ਦੇਹਰਾਦੂਨ ਜਾ ਕੇ ਵੇਖੋ, ਬੜੀ ਮਾਨਤਾ ਹੋਈ ਜੀ, ਗੁਰੂ ਘਰ ਦੀ ਨਿੰਦਿਆ ਸ਼ੁਰੂ ਹੋ ਗਈ। ਪਰ ਉਹ ਅਸਲ ਜਨਮ ਸਾਖੀ ਉਹਨਾਂ ਅਲੋਪ ਕਰ ਦਿੱਤੀ। ਤਿਹ ਕੋ ਤਾਤ ਪਰਜ ਸਭ ਚੀਨੇ, ਅਧਿਕ ਬਚਨ ਆਪਣੇ ਲਿਖ ਦੀਨੇ। ਕੀਤਾ ਕਿਉਂ? ਈਰਖਾ ਦੇ ਸਾੜੇ ਚ ਆ ਕੇ। ਈਰਖਾ ਬੰਦੇ ਤੋਂ ਕੀ ਕਰਾ ਦਿੰਦੀ ਹੈ। ਬਸ ਇੰਨਾ ਹੀ ਸੀ ਵੀ ਸਾਡੇ ਵੱਡਿਆਂ ਨੂੰ ਲੋਕ ਵੱਡਾ ਕਹਿਣ, ਜਦੋਂ ਕੋਈ ਗੁਰੂ ਨਾਨਕ ਦੇ ਘਰ ਦੀ ਵਡਿਆਈ ਕਰਦਾ ਸਾਥੋਂ ਨਹੀਂ ਜਰੀ ਜਾਂਦੀ, ਸਾਨੂੰ ਚੰਗੀ ਨਹੀਂ ਲੱਗਦੀ। ਕਹਿੰਦੇ ਆਪਣੇ ਵੱਲੋਂ ਨੇ ਸਾਰਾ ਕੁਝ ਕਰ ਦਿੱਤਾ। ਹੁਣ ਇਹ ਤੇ ਬੜਾ ਔਖਾ ਕੰਮ ਹੋ ਗਿਆ ਜੀ ਕਵੀ ਜੀ ਵਾਸਤੇ। ਉਹ ਕਹਿੰਦੇ ਜਦੋਂ ਪ੍ਰੂਫ ਖਤਮ ਕਰਤੇ, ਸਬੂਤ ਮਿਟਾ ਦਿੱਤੇ ਗਏ, ਜਨਮ ਸਾਖੀ ਕਿਸੇ ਕੋਲ ਨਹੀਂ, ਤੇ ਫਿਰ ਜਿੰਨੀ ਆਪਾਂ ਸੁਣਦੇ ਹਾਂ ਕਿੱਥੋਂ ਆਈਆਂ? ਅੱਜ ਸਿੱਖਾਂ ਕੋਲ ਬੜੀਆਂ ਜਨਮ ਸਾਖੀਆਂ ਨੇ, ਭਾਈ ਬਾਲਾ ਜੀ ਵਾਲੀ ਵੀ ਆ, ਹੋਰ ਬੜਾ ਕੁਛ ਹੈ। ਆਇਆ ਕਿੱਥੋਂ? ਕਵੀ ਜੀ ਉਹਦੇ ਕਾਰਨ ਦੱਸਦੇ ਆ। ਕਹਿੰਦੇ ਸਾਡੇ ਤੋਂ ਪਹਿਲਾਂ ਵੀ ਕਈ ਮਹਾਂਪੁਰਖ ਐਸੇ ਹੋਏ ਜਿਨ੍ਹਾਂ ਨੇ ਸਤਿਗੁਰਾਂ ਦੇ ਪਾਵਨ ਜੀਵਨ ਦੀਆਂ ਸਾਖੀਆਂ ਨੂੰ ਪੜ੍ਹਿਆ, ਅਨੁਭਵ ਕੀਤਾ ਤੇ ਸੁਧਾਈ ਕੀਤੀ ਹੈ। ਸੋਧਿਆ ਗਿਆ ਉਹਨਾਂ ਨੂੰ, ਕਿਉਂਕਿ ਜਿਸ ਮੂਰਖ ਨੇ ਮੂਰਖਤਾ ਕੀਤੀ ਉਹਨੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਭਾਈ ਹਿੰਦਾਲ ਦਾ ਨਾਂ ਲਿਖਤਾ। ਹੁਣ ਜਦੋਂ ਭਾਈ ਹਿੰਦਾਲ ਦਾ ਜਨਮ ਵੇਖਿਆ ਜਾਂਦਾ ਤੇ ਗੁਰੂ ਨਾਨਕ ਸਾਹਿਬ ਦਾ ਵੇਖਿਆ ਜਾਂਦਾ, ਉੱਤੇ 100-150 ਸਾਲਾਂ ਦਾ ਫਰਕ ਹੈ। ਆ ਵੱਡੀ ਬੇਵਕੂਫੀ ਫੜੀ ਗਈ ਸੀ ਵੀ ਗੁਰੂ ਸਾਹਿਬ ਦੇ ਨਾਮ ਤੇ ਆਪਣਾ ਹੀ ਨਾਂ ਚੇਪਤਾ, ਵੀ ਸਾਡੇ ਵੱਡਿਆਂ ਦੀ ਲੋਕ ਪੂਜਾ ਕਰਨ, ਉਹਨਾਂ ਨੂੰ ਆਪ ਪਰਮੇਸ਼ਰ ਦਾ ਰੂਪ ਕਹਿਣ। ਜਿਸ ਵੇਲੇ ਭਾਈ ਹਿੰਦਾਲ ਦੇ ਪਰਿਵਾਰ ਨੇ ਇਹ ਸਭ ਕੁਝ ਕੀਤਾ ਨਾ, ਉਹਨਾਂ ਸਮਿਆਂ ਵਿੱਚ ਕੁਝ ਸਿੱਖਾਂ ਨੇ ਵਿਰੋਧ ਵੀ ਕੀਤਾ, ਪਰ ਉਸ ਵਿਰੋਧ ਦਾ ਕੋਈ ਫਾਇਦਾ ਨਾ ਹੋਇਆ, ਕਿਉਂਕਿ ਲਿਖਤ ਦੇ ਵਿੱਚ ਜੋ ਕੁਝ ਸੀ ਉਹਨਾਂ ਕੋਲੇ ਸੀ। ਛੇੜਛਾੜ ਕੀਤੀ ਹੋਈ, ਪਰ ਕੁਝ ਬ੍ਰਹਮ ਗਿਆਨੀ ਸਿੱਖ ਵੀ ਸਨ, ਬਾਬਾ ਬੁੱਢਾ ਜੀ ਵਰਗੇ, ਜਿਨ੍ਹਾਂ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿ ਕੇ ਜੀਵਨ ਬਤੀਤ ਕੀਤਾ, ਸਭ ਕੁਝ ਵੇਖਿਆ ਨਾ, ਉਹਨਾਂ ਗੁਰਸਿੱਖਾਂ ਨੇ ਵੀ ਆਪਣੀਆਂ ਕਿਤਾਬਾਂ ਦੇ ਵਿੱਚ, ਆਪਣੀਆਂ ਕਾਪੀਆਂ ਦੇ ਵਿੱਚ ਗੁਰੂ ਸਾਹਿਬ ਦੇ ਵਰਤਾਰੇ ਲਿਖੇ ਹੋਏ ਸੀ। ਚੱਲਿਆ ਆਇਆ ਕਵੀ ਜੀ ਨੇ ਸਾਰਾ ਕੁਝ ਦੱਸਣਾ ਕਿ ਕਹਿੰਦੇ ਭਾਈ ਮੈਂ ਫਿਰ ਇੱਕ ਨਹੀਂ ਸੈਂਕੜੇ ਕਿਤਾਬਾਂ ਪੜ੍ਹੀਆਂ, ਧਾਰਮਿਕ ਜਿਲਦਾਂ ਪੜ੍ਹੀਆਂ, ਪੋਥੀਆਂ ਪੜ੍ਹੀਆਂ, ਜਿਨ੍ਹਾਂ ਵਿੱਚੋਂ ਸਤਿਗੁਰਾਂ ਦਾ ਜੀਵਨ ਲਿਖਿਆ ਏ। ਦੋਹਰਾ ਪੋਥੀ ਲਿਖੀ ਜੋ ਅਨ ਤਗਤ, ਸੁਨ ਸ਼ਰੋਤਾ ਮਨ ਲਾਏ। ਤਹ ਤੇ ਪੋਥੀ ਸਭ ਲਿਖੀ, ਸਾਕਤ ਜੌਨ ਬਣਾਏ। ਮਹਾਕਵੀ ਭਾਈ ਸੰਤੋਖ ਸਿੰਘ ਆਖਦੇ, ਕਹਿੰਦੇ ਉਹ ਦੁਸ਼ਟ ਤੇ ਆਪ ਮਰ ਗਿਆ ਲਿਖ ਕੇ, ਵਾਧਾ ਘਾਟਾ ਕਰਕੇ, ਪਰ ਇੱਕ ਤਸੱਲੀ ਹੋ ਗਈ ਵੀ ਇਹੋ ਜਿਹੇ ਕੋਕੇ ਜੜ ਕੇ ਗਿਆ ਪੱਟੇ ਨਹੀਂ ਜਾਣੇ ਕਿਸੇ। ਸਿੱਖਾਂ ਦੇ ਕੋਲ ਗੁਰੂ ਸਾਹਿਬ ਦੀ ਕੋਈ ਸਿਫਤ ਨਹੀਂ, ਕੋਈ ਮਹਿਮਾ ਨਹੀਂ, ਕੋਈ ਅਸਲ ਭੇਦ ਗ੍ਰੰਥ ਨਹੀਂ ਉਹਨਾਂ ਕੋਲੇ, ਪਰ ਕਹਿੰਦੇ ਭਾਈ ਰੱਬ ਦੀ ਤੇ ਸੂਰਜ ਦੀ ਮਹਿਮਾ ਨੂੰ ਕੌਣ ਮਿਟਾ ਸਕਦਾ? ਆਖੋ ਸਤਨਾਮ। ਗੁਰਸਿੱਖਾਂ ਦੇ ਪਾਸ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਉਤਾਰੇ ਪਏ ਸੀ। ਸਿੱਖ ਬੜੇ ਸਿਆਣੇ ਸੀ ਅੱਗੇ, ਤੇ ਜਿਹੜੇ ਸਿੱਖ ਨਹੀਂ ਸੀ ਉਹ ਪਹਿਲਾਂ ਵੀ ਡੋਲੇ ਹੋਏ ਸੀ। ਅੱਜ ਵੀ ਕਈ ਭੇਡਾਂ ਮਗਰ ਲੱਗ ਕੇ ਡੋਲੀ ਫਿਰਦੇ ਆ। ਸਿੱਖੀ ਦੇ ਖਿਲਾਫ ਭੌਂਕਣ ਵਾਲੇ ਪਹਿਲਾਂ ਥੋੜੇ ਸੀ, ਅੱਜ ਵੀ ਹੈਗੇ ਆ। ਏਜੰਸੀਆਂ ਦੇ ਹੱਥ ਟੋਕ ਕੇ ਪਹਿਲਾਂ ਵੀ ਸੀ, ਅੱਜ ਵੀ ਨੇ, ਤੇ ਉਹਨਾਂ ਦੇ ਮਗਰ ਲੱਗਣ ਵਾਲੀਆਂ ਉਹ ਭੇਡਾਂ ਸੀ ਜਿਹੜੀਆਂ ਪਹਿਲਾਂ ਵੀ ਸਿੱਖੀ ਦੇ ਵਿਰੁੱਧ ਅੰਦਰੋਂ ਅੰਦਰ ਬੋਲਦੀਆਂ ਸੀ, ਹੁਣ ਸ਼ਰੇਆਮ ਹੋ ਗਈਆਂ। ਫਰਕ ਤੇ ਇੰਨਾ ਹੀ ਹੈ। ਤੇ ਸਾਨੂੰ ਲੱਗਦਾ ਫਲਾਣਾ ਬਾਬਾ ਬੜਾ ਮਹਾਨ ਹੋ ਗਿਆ, ਉਹਨੂੰ ਸੱਚ ਦਾ ਗਿਆਨ ਹੋ ਗਿਆ। ਹੋ ਕੁਛ ਨਹੀਂ ਗਿਆ, ਵਿਕ ਗਿਆ। ਆਖੋ ਸਤਨਾਮ। ਜਦ ਕੋਈ ਵਿਕ ਕੇ ਆਪਣੀ ਕੌਮ ਦੀ ਪਿੱਠ ਵਿੱਚ ਛੁਰਾ ਮਾਰਦਾ ਨਾ, ਪਹਿਲਾਂ ਉਹਦੀਆਂ ਗੱਲਾਂ ਚੰਗੀਆਂ ਜ਼ਰੂਰ ਲੱਗਦੀਆਂ, ਫਿਰ ਪਿੱਛੇ ਲੱਗਣ ਵਾਲੇ ਸੋਚਦੇ ਨਾ ਹੁਣ ਪਿੱਛੇ ਮੁੜਨ ਜੋਗੇ ਨਾ ਅੱਗੇ ਜਾਣ ਜੋਗੇ। ਆਹ ਹਾਲਤ ਉਹਨਾਂ ਦੀ ਹੁੰਦੀ ਹੈ। ਹੁਣ ਜਿਸ ਵੇਲੇ ਸਭ ਕੁਝ ਲਿਖ ਦਿੱਤਾ ਗਿਆ, ਕਹਿੰਦੇ ਜਿਹੜੇ ਪੂਰੇ ਸਿੱਖ ਸੀ ਉਹ ਡੋਲੇ ਨਾ, ਉਹ ਨਹੀਂ ਭਰਮੇ। ਜਿਹੜੇ ਕੱਚੇ ਪਿੱਲੇ ਜੇ ਸੀ ਵਿਚਾਰੇ ਇੱਧਰ ਉੱਧਰੋਂ ਜੇ ਜੁੜ ਕੇ ਬਣੇ ਹੋਏ ਇੱਕ ਦੂਜੇ ਨੂੰ ਲੱਗ ਕੇ, ਉਹ ਡੋਲ ਗਏ। ਉਹ ਕਹਿੰਦੇ ਬਾਈ ਵੇਖੋ ਭਾਈ ਹਿੰਦਾਲ ਤੋਂ ਵੱਡਾ ਗੁਰੂ ਕੋਈ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਉਹ ਐਡੇ ਖਾਸ ਗੁਰੂ ਨਹੀਂ ਸੀ। ਇਹ ਕਿਹਨਾਂ ਦੀ ਵਰਤੀ ਹੈ? ਕੱਚਿਆਂ ਦੀ। ਤੇ ਬਾਣੀ ਕੱਚਿਆਂ ਬਾਰੇ ਕੀ ਕਹਿੰਦੀ ਹੈ? ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ। ਮਰਦ ਕਹਿੰਦੇ ਰੱਬਾ ਮੇਰਿਆ ਮੈਨੂੰ ਕੱਚਿਆਂ ਤੋਂ ਤੋੜ ਦੇ, ਪੱਕਿਆਂ ਨਾ ਜੋੜ ਦੇ। ਮੈਨੂੰ ਨਹੀਂ ਚਾਹੀਦੇ ਕੱਚੇ, ਕੱਚਿਆਂ ਤੋਂ ਦੂਰ ਰੱਖੀ। ਕੱਚੇ ਕੱਚੇ ਉਸ ਵੇਲੇ ਵੀ ਝੜਦੇ ਜਾਂਦੇ ਸੀ। ਸੇ ਮਹਿਮਾ ਸ਼੍ਰੀ ਨਾਨਕ ਜਾਣੈ,
ਜੇ ਨਿਜ ਗੁਰ ਕੋ ਭੇਵ ਪਛਾਨੈ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ, ਸਿਫਤ ਨੂੰ ਜਾਣਿਆ, ਸਤਿਗੁਰਾਂ ਦਾ ਭੇਦ ਜਾਣਿਆ, ਉਹ ਗੁਰਸਿੱਖ ਨਾ ਡੋਲੇ। ਤੇ ਬਾਕੀ ਜਿਹੜੇ ਡੋਲ ਗਏ ਉਹ ਪੋਥੀਆਂ ਚੱਕੀ ਫਿਰਨ, ਕਹਿੰਦੇ ਆਹ ਵੇਖੋ ਕੀ ਲਿਖਿਆ, ਆਹ ਕੀ ਲਿਖਿਆ। ਤੇ ਅੱਜ ਕੱਲ੍ਹ ਵੀ ਇਹੀ ਕੁਝ ਚੱਲਦਾ। ਇਤਿਹਾਸ ਦੀ ਪੋਥੀ ਚੱਕ ਕੇ ਜਿਹਨੂੰ ਇਹ ਨਹੀਂ ਪਤਾ ਨਾਨਕ ਪ੍ਰਕਾਸ਼ ਦੇ ਅੰਗ ਕਿੰਨੇ ਨੇ, ਨਾਨਕ ਪ੍ਰਕਾਸ਼ ਵਿੱਚ ਕਿਹੜੇ ਕਿਹੜੇ ਸਤਿਗੁਰ ਦੀ ਜੀਵਨੀ ਹੈ, ਉਹ ਕਹਿਣਗੇ ਜੀ ਵੇਖੋ ਸੂਰਜ ਪ੍ਰਕਾਸ਼ ਨਹੀਂ ਪੜ੍ਹਨਾ ਚਾਹੀਦਾ, ਇਹ 'ਚ ਆਹ ਲਿਖਿਆ, ਉਹ ਲਿਖਿਆ। ਉਹ ਕੌਣ ਨੇ? ਘੱਟ ਅਕਲ ਦੇ ਬਾਲਕ, ਸਮਝ ਨਹੀਂ ਹੈ, ਗਿਆਨ ਨਹੀਂ ਹੈ। ਕਹਿੰਦੇ ਜਿਹੜੇ ਪੂਰਨ ਗੁਰੂ ਕੇ ਸਿੱਖ ਸੀ ਉਹ ਡੁਲਾਇਆ ਡੋਲੇ ਨਹੀਂ, ਜਿਹੜੇ ਅਧੂਰੇ ਸੀ ਉਹ ਹੰਦਾਲੀਆਂ ਦੇ ਪਿੱਛੇ ਲੱਗ ਕੇ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕਰਦੇ ਸੀ। ਨਹਿ ਮਾਨਹਿ ਦੁਰਮਤ ਕਹਿ ਸਾਖੀ, ਜੌਨ ਦਰਸ ਨਾਨਕ ਅਭਿਲਾਖੀ। ਜਿਨ੍ਹਾਂ ਨੇ ਗੁਰੂ ਸਾਹਿਬ ਦੀ ਮਹਿਮਾ ਅੱਖੀ ਵੇਖੀ ਸੀ ਉਹ ਕਿਵੇਂ ਮੰਨ ਸਕਦੇ ਸੀ? ਲਿਖਣ ਵਾਲੇ ਨੇ ਕੀ ਕੁਝ ਲਿਖਿਆ? ਕਹਿੰਦੇ ਜੀ ਗੁਰੂ ਨਾਨਕ ਸਾਹਿਬ ਜੀ ਨੇ ਅੱਗ ਦੀਆਂ ਪ੍ਰਕਰਮਾਂ ਕੀਤੀਆਂ ਵਿਆਹ ਵੇਲੇ। ਜਿਹੜੇ ਕੱਚੇ ਪੱਕੇ ਸੀ ਕਹਿੰਦੇ ਹਾਂ ਜੀ ਬਾਬਾ ਨਾਨਕ ਵੀ ਹਿੰਦੂ ਸੀ, ਉਧਰ ਨੂੰ ਹੋ ਗਏ। ਅੱਜ ਨਹੀਂ ਜ਼ੋਰ ਲੱਗਿਆ ਹੋਇਆ? ਪੁਜਾਰੀ ਪੁਜਾਰੀ ਪੁਜਾਰੀ, ਸਿੱਖਾਂ ਨੂੰ ਪੁਜਾਰੀ ਦੱਸੀ ਜਾਂਦੇ। ਲੈ ਦੱਸ, ਸਿੱਖ ਧਰਮ ਨੇ ਪੁਜਾਰੀਵਾਦ ਨੂੰ ਠੋਕਰ ਮਾਰੀ। ਤੇ ਅੱਜ ਵਾਲੇ ਜਿਹੜੇ ਡੱਫਰ ਮੂਰਖ ਨੇ ਨਾ, ਉਹ ਲੈ ਸਿੱਖਾਂ ਨੂੰ, ਗੁਰੂ ਘਰ ਦੇ ਗ੍ਰੰਥੀਆਂ ਨੂੰ, ਗੁਰੂ ਘਰ ਦੇ ਸੇਵਾਦਾਰ ਨੂੰ ਪੁਜਾਰੀ ਲਾਣਾ ਹੀ ਦੱਸਦੇ ਆ। ਕਿਉਂ? 20-20 ਸਾਲ ਰੋਟੀਆਂ ਇੱਧਰੋਂ ਇਕੱਠੀਆਂ ਕੀਤੀਆਂ, ਹੁਣ ਇੱਧਰ ਕੰਮ ਨਹੀਂ ਚੱਲਿਆ, ਉੱਧਰ ਸਹੀ। ਇਹ ਹੈ ਕੀ ਹੈ? ਇਹ ਚਾਲਬਾਜ਼ੀ ਹੈ। ਉਹਨਾਂ ਸਮਿਆਂ 'ਚ ਵੀ ਹੋਇਆ। ਕਹਿੰਦੇ ਜਦੋਂ ਲੋਕ ਲੱਗੇ ਭੰਡਣ, ਪਰ ਜਿਨ੍ਹਾਂ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੇਖਿਆ, ਤੱਕਿਆ ਏ, ਸੰਗਤ ਕੀਤੀ ਹੈ, ਉਹਨਾਂ ਨੇ ਦੂਜੇ ਸਿੱਖਾਂ ਨੂੰ ਭਰਮ 'ਚੋਂ ਕੱਢਤਾ। ਕਹਿੰਦੇ ਗੁਰੂ ਸਾਹਿਬ ਵਰਗਾ ਕੌਣ ਹੋ ਸਕਦਾ ਹੈ? ਐਵੇਂ ਕਿਸੇ ਕੱਚੇ ਜਿਹੇ ਅਨਪੜ੍ਹ ਬੰਦੇ ਪਿੱਛੇ ਲੱਗ ਕੇ ਕੀ ਕਰ ਰਹੇ ਹੋ? ਮੈਂ ਕਹਿੰਦਾ ਜਿੰਨੇ ਅੱਜ ਸਿੱਖੀ ਦੇ ਵਿੱਚ ਛੱਚ ਦਾ ਪ੍ਰਚਾਰ ਕਰਦੇ ਆ ਜੀ, ਮਾਫ ਕਰਿਓ, ਮਰ ਜਾਣਾ। ਕੋਈ ਵੀ 8ਵੀਂ ਨਹੀਂ ਪਾਸ ਕਰੀ, ਆਖੋ ਸਤਨਾਮ। ਕੋਈ ਨਹੀਂ ਟੱਪਿਆ ਉਹਨਾਂ 'ਚੋਂ। ਤੇ ਲੋਕਾਂ ਨੂੰ ਭੰਬਲ ਭੂਸੇ ਪਾਇਆ ਉਹਨਾਂ ਨੇ। ਉਹ ਕਿੰਨੇ ਜਣੇ ਆ? ਕੋਈ ਪ੍ਰੋਫੈਸਰ ਕਿਹੜਾ ਬਣਿਆ ਫਿਰਦਾ, ਕੋਈ ਝੱਗਾ, ਕੋਈ ਘੱਗਾ, ਪਤਾ ਨਹੀਂ ਕਿੰਨੇ ਕਿੰਨੇ। ਸਕੂਲ ਦਾ ਮੂੰਹ ਨਹੀਂ ਵੇਖਿਆ ਜਿਹਨਾਂ ਨੇ। ਕੌਮ ਭੰਬਲ ਭੂਸੇ ਉਹਨਾਂ ਪਾਈ ਤੇ ਲੱਗੇ ਕੌਣ ਨੇ? ਕੱਚੇ ਸਿੱਖ, ਜਿਨ੍ਹਾਂ ਦਾ ਸਿੱਖੀ ਨਾਲ ਦੂਰ ਦੂਰ ਤੱਕ ਵਾਸਤਾ ਨਹੀਂ। ਜਿਹੜਾ ਮੇਰੇ ਵਰਗਾ ਕਹਿੰਦਾ ਯਾਰ ਉੱਠ ਕੇ ਨਹਾਇਆ ਨਹੀਂ ਜਾਂਦਾ, ਕਹਿੰਦਾ ਨਾ ਯਾਰ ਨਹਾਉਣ ਵਾਲੀ ਸਿੱਖੀ ਔਖੀ। ਆਹ ਠੀਕ ਹੈ। ਇਹ ਬਾਬਾ ਕਹਿੰਦਾ ਨਹਾਉਣ ਦੀ ਲੋੜ ਨਹੀਂ, ਮਨ ਸਾਫ਼ ਹੋਣਾ ਚਾਹੀਦਾ। ਆਹ ਬਾਬਾ ਕਹਿੰਦਾ ਗੁਰਦੁਆਰੇ ਜਾਣ ਦੀ ਲੋੜ ਨਹੀਂ, ਲੈ ਗੁਰਦੁਆਰਾ ਤੇਰਾ ਘਰ ਹੋਣਾ ਚਾਹੀਦਾ। ਤੈਨੂੰ ਸੇਵਾ ਕਰਨ ਦੀ ਲੋੜ ਕੋਈ ਨਹੀਂ, ਤੂੰ ਆਪਣੀ ਸੇਵਾ ਕਰ ਲਿਆ ਕਰ, ਰੱਬ ਦੀ ਸੇਵਾ, ਕੁਦਰਤ ਦੀ ਸੇਵਾ। ਨਾਮ ਜਪਣ ਦੀ ਲੋੜ ਕੋਈ ਨਹੀਂ ਬਾਈ। ਜੋ ਨਿਯਮ ਕਰਦਾ, ਨਿਯਮ ਤੈਨੂੰ ਪੁੱਛ ਕੇ ਕਰਨੇ ਆ। ਨਿਯਮ ਤੇ ਕੁਦਰਤ ਦੇ ਚੱਲਦੇ ਰਹਿੰਦੇ। ਸਤਿਗੁਰ ਆਪ ਲਿਖਦੇ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰੱਬਾ ਤੇਰਾ ਅੰਤ ਨਹੀਂ ਲਿਖਿਆ ਜਾ ਸਕਦਾ, ਤੇਰੀ ਕੁਦਰਤ ਦੇ ਵਿੱਚ ਤੂੰ ਆਪ ਵਸਦਾ। ਅਰਥ ਪੁੱਠੇ ਕਰ ਸੁਣਾਈ ਜਾਂਦੇ, ਉਲਟੇ ਕਰ ਸੁਣਾ ਰਹੇ ਆ। ਹੰਦਾਲੀਆਂ ਨੇ ਇਹੀ ਕੁਛ ਕੀਤਾ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਵੱਡੀ ਢਾਹ ਉਹਨਾਂ ਨੇ ਲਾਈ, ਪਰ ਕੋਈ ਫਰਕ ਪਿਆ ਨਾ। ਜੇ ਮਾਨਹਿ ਸਾਕਤ ਕੋ ਕਹਿਓ, ਤਿਨ ਤੇ ਸਿੱਖੀ ਮਾਰਗ ਰਹਿਓ। ਕਵੀ ਸੰਤੋਖ ਸਿੰਘ ਕਹਿੰਦੇ ਜਿਹੜੇ ਸਾਖਤਾਂ ਦਾ ਕਹਿਣਾ ਮੰਨਦੇ ਸੀ ਉਹ ਸਿੱਖ ਕਦੋਂ ਸੀ? ਬਾਣੀ ਲਿਖਦੀ ਹੈ, ਮੂਰਖ ਹੋਏ ਜੋ ਸੁਣੈ ਮੂਰਖ ਕਾ ਕਹਿਣਾ। ਮੂਰਖ ਬੰਦੇ ਦੀ ਗੱਲ ਮੰਨਣ ਵਾਲਾ ਤੁਹਾਨੂੰ ਸਿਆਣਾ ਲੱਗਦਾ ਜੀ? ਸਿਆਣਾ ਹੋ ਸਕਦਾ ਕਦੇ? ਜਿਹੜਾ ਹੈ ਹੀ ਮੂਰਖ ਹੈ, ਉਹਦੀ ਗੱਲ ਨੂੰ ਵੱਡਾ ਕਹਿਣ ਵਾਲਾ ਕਦੇ ਸਿਆਣਾ ਨਹੀਂ ਹੁੰਦਾ। ਨਾਸਤਕਾਂ ਦਾ ਸੰਗ ਕਰਨ ਵਾਲਾ, ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿੰਦਿਆ ਕਰਨ ਵਾਲਾ ਨਾ ਸਿੱਖ ਸੀ, ਨਾ ਸਿੱਖੀ ਨਾਲ ਕੋਈ ਵਾਸਤਾ, ਨਾ ਕਦੇ ਹੋ ਸਕਦਾ। ਕਵੀ ਜੀ ਕਹਿੰਦੇ ਉਹ ਨਾਸਤਕ ਲੋਕ ਸਨ, ਪਹਿਲਾਂ ਤੋਂ ਹੀ ਸਿੱਖੀ ਦੇ ਵਿਰੁੱਧ ਬੋਲਦੇ ਸੀ। ਜਦੋਂ ਹੰਦਾਲੀਆਂ ਦੀਆਂ ਕਿਤਾਬਾਂ ਹੱਥ ਲੱਗੀਆਂ ਨਾ, ਉਹਨਾਂ ਪੂਰਾ ਜ਼ਹਿਰ ਉਗਲਿਆ ਏ। ਗੁਰ ਸ਼ਰਧਾ ਜਿਨ ਕੇ ਉਰ ਹੋਈ, ਕਹਿਤ ਸੁਨਤ ਗੁਰ ਸਾਖੀ ਸੋਈ। ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਸੀ, ਕਹਿੰਦੇ ਉਹਨਾਂ ਨੇ ਹੰਦਾਲੀਆਂ ਦੀ ਨਾ ਕਿਤਾਬ ਪੜ੍ਹੀ, ਨਾ ਸੁਣੀ, ਨਾ ਵੇਖੀ। ਸਮਝਣ ਲਈ YouTube ਖੋਲੀ, ਕਿਸੇ ਨੇ ਲਿਖਤਾ 10ਮ ਗ੍ਰੰਥ ਸਿੱਖੀ ਨਾਲ ਜੁੜਿਆ ਹੀ ਕਦੇ ਨਹੀਂ। ਤੇ ਜਿਹਦੇ ਅੰਦਰ ਸਿੱਖੀ ਲਈ ਪਹਿਲਾਂ ਹੀ ਸ਼ੰਕੇ ਸੀ ਨਾ, ਉਹਨੇ ਬਾਕੀ ਗੱਲਾਂ ਛੱਡੀਆਂ, ਉਹਨੂੰ ਟੱਚ ਕਰਕੇ ਸੁਣਿਆ ਵੀ ਮੈਂ ਸੁਣਾ ਤੇ ਸਹੀ ਕੀ ਹੈ। ਜਿਹੜਾ ਗੁਰੂ ਨਾਲ ਜੁੜਿਆ ਸੀ, ਬਾਣੀ ਪੜ੍ਹਨ ਵਾਲਾ ਸੀ, ਉਹਨੇ ਸਕਿਪ ਕਰਤਾ। ਕਹਿੰਦਾ ਨਹੀਂ, ਇਹ ਚੀਜ਼ਾਂ ਮੈਂ ਸੁਣਨੀਆਂ ਪੜ੍ਹਨੀਆਂ ਨਹੀਂ ਜਿਹੜੀਆਂ ਮੈਨੂੰ ਮੇਰੇ ਸਤਿਗੁਰ ਤੋਂ ਦੂਰ ਕਰਨ। ਇਹੋ ਜਿਹਾ ਲਿਟਰੇਚਰ, ਡਿਜੀਟਲ ਲਾਇਬ੍ਰੇਰੀ ਨਾ ਖੋਲੀਏ, ਨਾ ਪੜ੍ਹੀਏ ਜਿਹਦੇ ਪ੍ਰਤੀ, ਜਿਹਨੂੰ ਸੁਣ ਕੇ ਸਾਡੇ ਸਤਿਗੁਰਾਂ ਪ੍ਰਤੀ ਸਾਡੇ ਅੰਦਰ ਸ਼ੰਕਾ ਆ ਜੇ। ਗੁਰੂ ਪ੍ਰਤੀ ਸ਼ੰਕਾ ਨਹੀਂ ਹੋ ਸਕਦਾ। ਠੀਕ ਹੈ, ਕੁਛ ਗੱਲਾਂ ਨੇ ਮੇਰੇ ਵਰਗੇ 'ਚ ਕਮੀਆਂ, 100 ਸ਼ੰਕੇ ਕਰ ਸਕਦੇ ਆ,
ਕੱਚਾ ਸਿੱਖ ਹੋ ਸਕਦਾ, ਕੱਚਾ ਸਾਧ ਹੋ ਸਕਦਾ, ਉਹ ਤੇ ਸਵਾਲ ਕੀਤਾ ਜਾ ਸਕਦਾ। ਗੁਰੂ ਤੇ ਪੂਰਾ ਹੈ। ਨਿਤ ਪੜ੍ਹਦੇ ਆ ਗੁਰ ਪੂਰਾ ਕਿਰਪਾ ਧਾਰੀ। ਨਾਲੇ ਫੇਰ ਪੁੱਛਦੇ ਆ ਵੀ ਜੇ ਫਲਾਣਾ ਪ੍ਰੋਫੈਸਰ ਦੱਸੂਗਾ ਜਾਪ ਸਾਹਿਬ ਬਾਣੀ ਹੈਗੀ ਕਿ ਨਹੀਂ ਹੈਗੀ, ਕਿਹੜੇ ਪਾਸੇ ਤੁਰੇ ਫਿਰਦੇ। ਕਵੀ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਜ਼ਹਿਰ ਦਾ ਬੀਜ ਪਹਿਲਾਂ ਹੀ ਸੀ ਨਾ, ਉਹਨਾਂ ਲੋਕਾਂ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ, ਪਰ ਜਿਹੜੇ ਸਿੱਖੀ ਨਾਲ ਪ੍ਰੇਮ ਕਰਦੇ ਸੀ, ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ, ਕਹਿੰਦੇ ਉਹਨਾਂ ਨੇ ਹਿੰਦਾਲੀਆਂ ਦੀਆਂ ਕਿਤਾਬਾਂ ਚੁੱਕ ਚੁੱਕ ਸਾੜ ਦਿੱਤੀਆਂ, ਉਹਨਾਂ ਨੂੰ ਅੱਗ ਲਾ ਦਿੱਤੀ। ਪੈ ਸਮ ਪੀਵੈ ਬਿਨ ਤ੍ਰਿਪਤਾਈ, ਸੁਖ ਪਾਵੈ ਆਗੇ ਇਹ ਥਾਈ। ਬੜਾ ਸੋਹਣਾ ਪ੍ਰਮਾਣ ਦਿੱਤਾ ਕਵੀ ਜੀ ਨੇ। ਕਹਿੰਦੇ ਦੁੱਧ ਸਿਹਤ ਬਣਾਉਂਦਾ ਹੈ, ਦੁਨੀਆ ਪੀਂਦੀ ਹੈ, ਬੱਚਾ ਰੋਟੀ ਬਾਅਦ ਵਿੱਚੋਂ ਖਾਂਦਾ ਹੈ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਹੇ ਬਾਪ ਕੀ ਸੁੱਧ। ਮਾਂ ਬਾਪ ਦੀ ਸੁੱਧ ਖਬਰ ਤੇ ਫੇਰ ਹੋਈ, ਪਹਿਲਾਂ ਮਾਤਾ ਦੇ ਅਸਥਣਾ ਤੋਂ ਦੁੱਧ ਪੀਤਾ ਉਹਨੇ। ਦੁੱਧ ਜ਼ਿੰਦਗੀ ਹੈ, ਦੁੱਧ ਜੀਵਨ ਹੈ। ਪਰ ਕਹਿੰਦੇ ਦੁੱਧ ਹਰ ਇੱਕ ਨੂੰ ਚੰਗਾ ਲੱਗਦਾ, ਹੋ ਸਕਦਾ ਕਿਸੇ ਨੂੰ ਨਾ ਚੰਗਾ ਲੱਗੇ, ਪਰ ਦੁੱਧ 'ਚ ਕੈਲਸ਼ੀਅਮ ਹੈ, ਵਿਟਾਮਿਨ ਨੇ, ਚੰਗਾ ਲੱਗਦਾ ਸਿਹਤ ਲਈ। ਕਹਿੰਦੇ ਜੀ ਦੁੱਧ ਪੀਣਾ ਹਰ ਕੋਈ ਪਸੰਦ ਕਰਦਾ ਹੈ, ਪਰ ਜੇ ਦੁੱਧ ਵਿੱਚ ਕੋਈ ਮਿਲਾਵਟ ਕਰ ਦੇਵੇ। ਦੋਹਰਾ ਸ਼੍ਰੀ ਨਾਨਕ ਜਸ ਖੀਰ ਸਮ, ਬਿਦਤ ਦੇਤ ਅਹਿਲਾਦ, ਛੰਦ ਚੌਪਈ ਬੰਦ ਜੋ, ਮਿਸ਼ਟ ਸਹਿਤ ਪਾਸਵਾਦ। ਜੇ ਦੁੱਧ ਦੀ ਸ਼ੁੱਧਤਾ ਬਰਕਰਾਰ ਨਾ ਹੋਵੇ, ਖੀਰ ਬਣਾ ਲਓ, ਲੱਸੀ ਬਣਾ ਲਓ, ਦਹੀਂ ਬਣਾ ਲਓ, ਘਿਓ ਬਣਾ ਲਓ, ਜੇ ਦੁੱਧ 'ਚ ਮਿਲਾਵਟੀ ਜ਼ਹਿਰ ਆ ਤੇ ਸਾਰੀਆਂ ਚੀਜ਼ਾਂ ਜ਼ਹਿਰ ਹੋਣਗੀਆਂ। ਪਰ ਜੇ ਦੁੱਧ ਸ਼ੁੱਧ ਹੈ, ਦੁੱਧ ਪਵਿੱਤਰ ਹੈ, ਸਵੱਛ ਹੈ, ਕਹਿੰਦੇ ਉਸ ਦੁੱਧ ਦੀ ਬਣਾਈ ਜਾਵੇ ਖੀਰ। ਕਵੀ ਜੀ ਕਹਿੰਦੇ ਮੈਂ ਉਸ ਦੁੱਧ ਤੋਂ ਖੀਰ ਬਣਾਈ ਗੁਰੂ ਦੀ ਮਹਿਮਾ ਦੀ। ਇਹਦੇ ਵਿੱਚ ਜਿਹੜੇ ਛੰਦ, ਚੌਪਈ, ਦੋਹਰੇ, ਸਵਈਏ, ਕਵਿੱਤ, ਕਹਿੰਦੇ ਜੋ ਲਿਖਿਆ ਮੈਂ ਇਹਨਾਂ ਦਾ ਮਿੱਠਾ ਪਾ ਦਿੱਤਾ ਵਿੱਚ, ਕਵਿਤਾ ਦਾ। ਕਹਿੰਦੇ ਜਦ ਕੋਈ ਸਿੱਖ ਇਹਨੂੰ ਗਾਉਂਦਾ, ਪੜ੍ਹਦਾ, ਸੁਣਦਾ, ਉਹ ਗੁਰੂ ਦੀ ਮਹਿਮਾ ਦੀ ਖੀਰ ਦਾ ਰਸ ਮਾਣਦਾ, ਕਿਉਂਕਿ ਉਹ ਪਿਓਰ ਹੈ। ਇਤਿਹਾਸ ਸੋਧ ਕੇ ਲਿਖਿਆ ਹੋਇਆ ਹੈ, ਗੁਰਬਾਣੀ ਦੇ ਮੁਤਾਬਕ ਲਿਖਿਆ ਹੋਇਆ ਹੈ। ਬੜੀਆਂ ਚੀਜ਼ਾਂ ਐਸੀਆਂ ਨੇ ਜਿੱਥੇ ਕੋਈ ਵਾਧ ਘਾਟ ਆਉਂਦੀ ਹੈ, ਉੱਥੇ ਭਾਈ ਵੀਰ ਸਿੰਘ ਨੇ ਟਿੱਪਣੀ ਕੀਤੀ ਹੁੰਦੀ ਹੈ ਵੀ ਸਿੱਖੋ ਆਹ ਚੀਜ਼ ਉੱਦਾਂ ਹੀ ਲਿਖੀ ਆਈ ਹੈ, ਪਿੱਛੋਂ ਹੀ ਆਈ ਸੀ, ਅਸੀਂ ਤਾਂ ਨਹੀਂ ਉਹਨੂੰ ਸੋਧਿਆ। ਪੰਥ ਇਕੱਠਾ ਹੋਏਗਾ ਤੇ ਸੋਧ ਲਏਗਾ। ਅਜੇ ਤੇ ਪੰਥ ਕੋ ਡਾਂਗ ਸੋਟਾ ਏ, ਅਜੇ ਤੇ ਪੰਥ ਕੋ ਲੜਾਈਆਂ ਹੀ ਬੜੀਆਂ, ਪੈਸੇ ਤੇ ਪੰਥ ਪੁੰਥ ਦਿਸਦਾ ਕਿਹੜਾ, ਜਿਹੜੇ ਆ ਸਾਡੇ ਲੱਛਣ ਫੜੇ ਲੋਕਾਂ ਦੇ ਹੈ ਕਿਤੇ। ਨੀਲੀ ਪੱਗ ਵਾਲੇ ਕਹਿੰਦੇ ਅਸੀਂ ਪੰਥ ਹਾਂ, ਪੀਲੀ ਵਾਲੇ ਕਹਿੰਦੇ ਅਸੀਂ, ਹੁਣ ਚਿੱਟੀ ਵਾਲੇ ਸਿਉਂ ਖਾ ਕੇ ਕਹਿੰਦੇ ਅਸੀਂ ਹਾਂ। ਭਰਮ 'ਚ ਹੀ ਫਿਰਦੇ ਆ। ਪਰ ਪੰਥ ਹੈ ਨਾ ਜਿਹੜਾ ਗੁਰੂ ਕਲਗੀਧਰ ਦਾ, ਉਹ ਬੇਪਰਵਾਹ ਹੈ, ਉਹ ਚੜ੍ਹਦੀ ਕਲਾ ਵਾਲਾ ਏ। ਉਹ ਲੀਡਰਾਂ ਦੀਆਂ ਚਮਚਾਗਿਰੀਆਂ ਕਰਦਾ ਨਹੀਂ ਫਿਰਦਾ, ਜੁੱਤੀਆਂ ਘਸਾਉਂਦਾ ਨਹੀਂ ਫਿਰਦਾ। ਪੰਥ ਪੰਥ ਤੇ ਗ੍ਰੰਥ ਦੋਨੋਂ ਪਵਿੱਤਰ ਹਨ, ਉੱਚੇ ਨੇ। ਕਹਿੰਦੇ ਜਿਸ ਵੇਲੇ ਕੋਈ ਵਾਧ ਘਾਟ ਆਉਂਦੀ ਹੈ ਤੇ ਉਹ ਲਿਖ ਦਿੰਦੇ ਆ ਥੱਲੇ ਵੀ ਇਹ ਗੱਲ ਗੁਰਮਤ ਦੇ ਅਨੁਕੂਲ ਨਹੀਂ ਹੈ, ਤੇ ਫਿਰ ਰੌਲਾ ਕਾਹਦਾ ਹੈ। ਲਿਖਣ ਵਾਲਿਆਂ ਨੇ ਲਿਖ ਦਿੱਤਾ ਵੀ ਆਹ ਗੱਲ ਅਨੁਕੂਲ ਨਹੀਂ, ਤੇ ਉਹ ਕਥਾਵਾਚਕ ਵੀ ਕਾਹਦਾ ਜਿਹੜਾ ਲਿਖਿਆ ਜਿਵੇਂ ਲਿਖਿਆ ਉਵੇਂ ਸੁਣਾਈ ਜਾਏ। ਲਿਖਿਆ ਹੈ ਬੜਾ ਕੁਛ ਹੁੰਦਾ ਹੈ, ਕਿੱਥੇ ਗਲਤੀ ਨਹੀਂ ਜੀ। ਕਿ ਸਾਡੇ ਜੀਵਨ 'ਚ 99% ਪੂਰੇ ਗੁਣ ਨੇ। ਕੋਈ ਇੱਕ ਬੰਦਾ ਉੱਠ ਕੇ ਦੱਸ ਦੇ ਜੀ ਮੈਂ ਜ਼ਿੰਦਗੀ 'ਚ ਪਾਪ ਨਹੀਂ ਕੀਤਾ, ਮੈਂ ਮਾੜਾ ਕਰਮ ਨਹੀਂ ਕੀਤਾ, ਮੈਂ ਸਦਾ ਹੀ ਸੱਚ ਬੋਲਦਾ, ਮੈਂ ਨਿੰਦਿਆ ਚੁਗਲੀ ਨਹੀਂ ਕੀਤੀ, ਹੈ ਕੋਈ ਇੱਦਾਂ ਦਾ? ਕਵੀ ਜੀ ਕਹਿੰਦੇ ਕੁਛ ਊਣ ਤਾਈਆਂ ਆਈਆਂ ਸੀ, ਮੈਂ ਸੋਧ ਦਿੱਤੀਆਂ, ਕੁਝ ਮੈਥੋਂ ਸੋਧੀਆਂ ਨਹੀਂ ਗਈਆਂ। ਮੈਂ ਕਿਹਾ ਮੈਥੋਂ ਕੋਈ ਉੱਚੀ ਅਵਸਥਾ ਵਾਲਾ ਆਊਗਾ ਸੁਧਾਈ ਕਰ ਦੇਗਾ, ਰਹਿ ਗਿਆ ਕੁਛ। ਪਰ ਕਹਿੰਦੇ ਜਿਨ੍ਹਾਂ ਨੇ ਖੀਰ ਦਾ ਰਸ ਲਿਆ ਨਾ, ਉਹਨਾਂ ਇਹ ਨਹੀਂ ਪੁੱਛਿਆ ਵੀ ਇਹ ਦੁੱਧ ਚੋਣ ਵਾਲਾ ਨਹਾਤਾ ਸੀ। ਬਾਈ ਜੀ ਨੇ ਦੁੱਧ ਚੋਇਆ, ਉਹਨੇ ਗਾਂ ਮੱਝ ਨੂੰ ਫੀਡ ਪਾਈ ਸੀ ਜਾਂ ਕਣਕ ਦਾ ਬੂਰਾ ਪਾਇਆ ਸੀ? ਕੀ ਪਾਇਆ ਉਹਨੇ? ਟੀਕਾ ਤਾਂ ਨਹੀਂ ਲਾਇਆ। ਗਾਂ ਮੱਝ ਦੇ ਥਣ ਧੋਤੇ ਸੀ, ਬਾਲਟੀ ਧੋਤੀ ਸੀ। ਉਹ ਇਹ ਥੋੜਾ ਪੁੱਛਦਾ ਹੈ। ਉਹ ਇੱਕੋ ਗੱਲ ਕਹਿੰਦਾ ਯਾਰ ਖੀਰ ਬੜੀ ਸਵਾਦ ਹੈ, ਰਸ ਬੜਾ ਹੈ। ਤੇ ਜਿਹੜਾ ਤਰਕਵਾਦੀ ਹੋ ਪੁੱਛੂਗਾ ਮੱਝ ਕਾਲੀ ਸੀ ਕਿ ਚਿੱਟੀ ਸੀ, ਗਾਂ ਕਿਹੋ ਜੀ ਸੀ, ਕਿਹੜੀ ਨਸਲ ਦੀ ਸੀ, ਕਿੱਥੋਂ ਲਿਆਂਦੀ ਸੀ, ਕਿੰਨੇ ਦੀ ਆਈ ਸੀ। ਵੀ ਭਾਈ ਤੂੰ ਖੀਰ ਖਾਣੀ ਆ ਕਿ ਵਪਾਰ ਕਰਨਾ ਹੈ? ਮਹਾਕਵੀ ਭਾਈ ਸੰਤੋਖ ਸਿੰਘ ਕਹਿੰਦੇ ਇਤਿਹਾਸ ਸੁਣ ਕੇ ਤੂੰ ਜੀਵਨ ਬਣਾਉਣਾ ਸੀ ਜਾਂ ਆਪਣਾ ਜੀਵਨ ਨਿੰਦਿਆ 'ਚ ਬਰਬਾਦ ਕਰਨਾ ਹੈ? ਕਹਿੰਦੇ ਮੈਂ ਆ ਖੀਰ ਬਣਾ ਦਿੱਤੀ ਸਤਿਗੁਰਾਂ ਦੀ ਮਹਿਮਾ ਦੀ, ਇਹਦੇ ਵਿੱਚ ਛੰਦਾਬੰਦੀ ਦੋਹਰੇ ਸ਼ਲੋਕਾਂ ਦਾ ਮੈਂ ਮਿੱਠਾ ਪਾਇਆ ਏ। ਚੌਪਈ ਜੇ ਸਾਕਤ ਕੀ ਕਹੀ ਕੁ ਸਾਖੀ, ਖੀਰ ਬੀਚ ਸੋ ਜਾਨੋ ਮਾਖੀ। ਅਗਲੀ ਗੱਲ ਉਹਨਾਂ ਬੜੀ ਸੋਹਣੀ ਆਖੀ, ਕਹਿੰਦੇ ਸਾਖਤਾਂ ਦੀਆਂ ਲਿਖੀਆਂ ਜੇ ਕੋਈ ਗੱਲਾਂ ਰਹਿ ਵੀ ਗਈਆਂ ਵਿੱਚ ਜਾਣੇ ਅਣਜਾਣੇ, ਕਹਿੰਦੇ ਇਹ ਮੰਨ ਲਓ ਵੀ ਖੀਰ ਵਿੱਚ ਡਿੱਗੀ ਹੋਈ ਮੱਖੀ ਹੈ,
ਦੁੱਧ 'ਚ ਮੱਖੀ ਪੈ ਜੇ 5 ਕੁਆਂਟਲ ਦੁੱਧ ਆ ਤੁਹਾਡੇ ਕੋਲ ਇੱਕ ਡਿੱਗ ਪਈ ਮੱਖੀ, ਦੁੱਧ ਡੋਲ ਦੋਗੇ ਜੀ? ਕੀ ਕਰੋਗੇ? ਚਾਹ ਪੂਣੀ ਲੈਣੀ, ਮੱਖੀ ਕੱਢ ਕੇ ਸੁੱਟ ਦੇਣੀ, ਦੁੱਧ ਉਬਲ ਕੇ ਸਾਫ ਫੇਰ। ਦੁੱਧ ਤਾਂ ਨਹੀਂ ਡੁੱਲਿਆ ਜਾਂਦਾ ਇੱਕ ਛੋਟੀ ਜੀ ਮੱਖੀ ਪਿੱਛੇ। ਕਹਿੰਦੇ ਮੰਨ ਲਓ ਕਿਤੇ ਨਾ ਕਿਤੇ ਛੋਟੀ ਊਣਤਾਈ ਰਹਿ ਗਈ ਹੋਵੇ, ਇੰਨਾ ਕੁਝ ਸੋਧਣ ਤੋਂ ਬਾਅਦ ਉਹ ਦੁੱਧ ਖੀਰ ਵਿੱਚ ਪਈ ਹੋਈ ਮੱਖੀ ਹੈ। ਕਾਢੈ ਮਾਖੀ ਦੇਖੈ ਜੋ, ਪੀਵੈ ਪਾਏ ਮਿਸ਼ਟ ਸਿੱਖ ਸੋ। ਖੀਰ ਦੁੱਧ ਵਿੱਚੋਂ ਮੱਖੀ ਕੱਢੀ, ਕਹਿੰਦੇ ਉਹ ਸਾਰੇ ਕੰਮ ਬਣ ਗਏ। ਦੁੱਧ ਉਬਲਿਆ, ਰਿਹਾ ਕੋਈ ਵਾਇਰਸ ਉਹਦੇ 'ਚ, ਪਿਓਰ ਹੋ ਗਿਆ ਨਾ। ਪਰ ਕਹਿੰਦੇ ਇੱਕ ਬੰਦਾ ਕਹਿੰਦਾ ਵੀ ਜਾਂ ਤੇ ਦੁੱਧ ਡੋਲ ਦਿਓ ਸਾਰਾ, ਤੇ ਜਾਂ ਫਿਰ ਮੱਖੀ ਖਾਓ। ਦੁਨੀਆ ਦਾ ਕੰਮ ਇਹੀ ਹੈ ਨਾ ਵੀ ਇਤਿਹਾਸ ਪਰਾਂ ਚੱਕ ਲੋ ਜੀ, ਮੈਂ ਨਹੀਂ ਪੜ੍ਹਦਾ। ਤੂੰ ਨਹੀਂ ਪੜ੍ਹੇਗਾ ਤੈਨੂੰ ਆਉਂਦਾ ਕੀ ਹੈ? ਬੜੇ ਜੇ ਤੁਰੇ ਫਿਰਦੇ ਆ, ਮੈਂ ਦਸਮ ਗ੍ਰੰਥ ਦੀ ਬਾਣੀ ਨਹੀਂ ਪੜ੍ਹਦਾ ਜੀ, ਮੈਂ ਤੇ ਜਾਪ ਸਾਹਿਬ ਛੱਡਿਆ ਹੋਇਆ, ਮੈਂ ਜੀ ਚੌਪਈ ਸਾਹਿਬ ਨਹੀਂ ਪੜ੍ਹਦਾ ਜੀ, ਮੈਂ ਸਵਈਏ ਨਹੀਂ ਪੜ੍ਹਦਾ। ਭਾਈ ਫਿਰ ਤੇਰਾ ਅੰਮ੍ਰਿਤ ਵੀ ਕਿਹੜਾ ਹੈ? ਤੇਰੇ ਅੰਮ੍ਰਿਤ ਵਿੱਚ ਘੋਲ ਕੇ ਇਹੀ ਦੇ ਪਾਏ ਸੀ। ਫਿਰ ਤੂੰ ਤੇ ਅੱਧ ਪਚੱਦਾ ਜਾਂ ਟੈਂਪਰੇਰੀ ਸਿੱਖ ਆਖੋ ਸਤਨਾਮ। ਅੱਧਾ ਪਚੱਦਾ ਹੀ ਆ ਤੂੰ, ਤੇ ਤੇਰੇ ਤੇ ਫੇਸ ਵੀ ਪੂਰੇ ਨਹੀਂ ਹੈਗੇ। ਆਹ ਹਾਲ ਆ ਸਾਡੇ ਲੋਕਾਂ ਦਾ। ਗੁਰੂ ਕਲਗੀਧਰ ਪਾਤਸ਼ਾਹ ਦੀ ਇਹ ਪਾਵਨ ਜਿਹੜੀ ਮਹਿਮਾ ਅੱਗੇ ਆਉਣੀ ਹੈ ਨਾ, ਉਹਦੇ ਵਿੱਚ ਇੱਕ ਦੋ ਇਦਾਂ ਦੀਆਂ ਚੀਜ਼ਾਂ ਆਈਆਂ, ਕਵੀ ਨੇ ਟਿੱਪਣੀ ਕਰਕੇ ਕਹਿ ਦਿੱਤੀਆਂ। ਕਹਿੰਦੇ ਮੇਰੇ ਸਤਿਗੁਰ ਦੀਆਂ ਨਹੀਂ, ਇਹ ਮਿਲਾਵਟੀ ਨੇ, ਛੱਡ ਦਿਓ। ਸਿੱਖਾਂ ਨੇ ਛੱਡ ਦਿੱਤੀਆਂ। ਤੁਸੀਂ ਸਾਰੀ ਕਥਾ ਸੁਣੀ ਹੈ, 1091 ਪਾਠ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਥਾ ਦੇ ਰਿਕਾਰਡ ਕੀਤੇ ਗਏ। ਕੋਈ ਇੱਕ ਚੀਜ਼ ਦੱਸ ਦਿਓ ਜੀ ਕਿਤੇ ਗਲਤ ਸੁਣੀ ਹੋਵੇ, ਜਿਹਨੂੰ ਸੁਣ ਕੇ ਲੱਗਿਆ ਹੋਵੇ ਵੀ ਸਾਡੀ ਤੇ ਸ਼ਰਧਾ ਖਤਮ ਹੋ ਗਈ ਜੀ, ਗੁਰੂ ਸਾਹਿਬ ਨੇ ਐਂ ਕਿਉਂ ਕਰਤਾ? ਜਦ ਪੜ੍ਹਿਆ, ਜਦ ਗਾਇਆ, ਜਦ ਸੁਣਿਆ, ਬਸ ਇਹੀ ਹੁੰਦਾ ਸੀ ਸਤਿਗੁਰੂ ਤਾਂ ਇੱਥੋਂ ਆਪਾਂ ਵਾਰਦੇ ਹਾਂ। ਸਾਰੀ ਕਥਾ 'ਚ ਕੋਈ ਇੱਕ ਚੀਜ਼ ਇਹੋ ਜਿਹੀ ਹੋਵੇ। ਕਵੀ ਜੀ ਕਹਿੰਦੇ ਦੁੱਧ ਨਾ ਡੋਲਿਆ ਜਾ ਸਕਦਾ, ਨਾ ਮੱਖੀ ਨੂੰ ਨਿਗਲਿਆ ਜਾ ਸਕਦਾ ਏ। ਦੇਖ ਬੂਝ ਮਾਖੀ ਜੋ ਖਾਵੇ, ਸ਼ਰਮ ਹੋਵੇ ਤਨ ਪੈਨ ਪਚਾਵੇ। ਪਰ ਇੱਕ ਗੱਲ ਕਹਿ ਦਿੱਤੀ, ਮੱਖੀ ਕੱਢੀ ਜਾ ਸਕਦੀ ਹੈ, ਦੁੱਧ ਪਚਾਇਆ ਜਾ ਸਕਦਾ ਹੈ। ਪਰ ਇੱਕ ਬੰਦਾ, ਉਹਨੂੰ ਪਤਾ ਸੀ ਦੁੱਧ 'ਚ ਮੱਖੀ ਪੈ ਗਈ, ਉਹ ਕਹਿੰਦਾ ਨਹੀਂ ਯਾਰ ਦੁੱਧ ਵੀ ਪੀਣਗੇ ਤੇ ਮੱਖੀ ਵੀ ਖਾਣਗੇ। ਕਹਿੰਦੇ ਫਿਰ ਕੀ ਹੋਇਆ, ਐਡੀ ਕ ਮੱਖੀ ਮੇਰਾ ਕੀ ਕਰੂ? ਕਵੀ ਜੀ ਕਹਿੰਦੇ ਜਿਹੜੀ ਛੋਟੀ ਮੋਟੀ ਕਿਤੇ ਇਹੋ ਜਿਹੀ ਗੱਲ ਸੀ ਗੁਰਮਤਿ ਦੇ ਅਨੁਕੂਲ ਨਹੀਂ ਸੀ। ਮੰਨ ਲਓ ਕੋਈ 1% ਗੱਲ ਇਦਾਂ ਦੀ ਆ ਗਈ ਇਤਿਹਾਸ ਵਿੱਚ ਜੋ ਗੁਰਮਤਿ ਤੋਂ ਉਲਟ ਹੈ। ਪਹਿਲਾਂ ਤੇ ਜਿਹੜਾ ਅਸਲ ਪ੍ਰਚਾਰਕ ਹੈ, ਵਿਦਵਾਨ ਹੈ, ਇੱਕ ਚੰਗਾ ਕਥਾਵਾਚਕ ਸੁਣਾਉਂਦਾ ਹੀ ਨਹੀਂ। ਉਹ ਕਹਿੰਦਾ ਮੈਂ ਸੰਗਤ ਨੂੰ ਜੋੜਨਾ ਤੋੜਨਾ ਥੋੜ੍ਹੀ ਹੈ। ਹੁਣ ਆਪਣੇ ਘਰ 'ਚ 100 ਲੜਾਈਆਂ ਨੇ ਜੀ, ਹਰ ਇੱਕ ਦੇ ਹੁੰਦੀਆਂ ਨੇ। ਕਿਸੇ ਦੀ ਧੀ ਕਹਿਣਾ ਨਹੀਂ ਮੰਨਦੀ, ਕਿਸੇ ਦਾ ਪੁੱਤ ਨਹੀਂ ਮੰਨਦਾ। ਹਰ ਬੰਦਾ ਸਿਆਣਾ, ਉਹ ਕਹਿੰਦਾ ਮੈਂ ਆਪਣੇ ਘਰ ਦੀ ਗੱਲ ਬਾਹਰ ਨਹੀਂ ਕਰਦਾ। ਕਿਸੇ ਨੇ ਭੰਡੀ ਕੀਤੀ ਵੀ ਮੇਰੀ ਕੁੜੀ ਕਹਿਣੇ ਤੋਂ ਬਾਹਰ ਆ ਜੀ, ਮਰਜ਼ੀ ਨਾਲ ਵਿਆਹ ਕਰਾਉਂਦੀ ਹੈ, ਮੁੰਡਾ ਮੇਰਾ ਆਹ ਕੰਮ ਕਰਦਾ ਜੀ, ਆਹ ਕਰਦਾ ਜੀ। ਕਰਦਾ ਕੋਈ ਲੱਖ ਕੋਈ ਗੱਲਬਾਤ ਹੋਵੇ, ਲੋਕ ਪੋਚੇ ਪਾਉਂਦੇ ਆ, ਤੇ ਜਦ ਧਰਮ ਦੀ ਗੱਲ ਆ ਜੇ ਲੋਕ ਨਾ ਫਿਰ ਖਿੱਲੀਆਂ ਉਡਾਉਂਦੇ ਆ। ਆਹ ਦੇਖੋ ਇੱਥੇ ਆਹ ਲਿਖਿਆ। ਪਿੱਛੇ ਜੇ ਇੱਕ ਪਖੰਡੀ ਨੇ ਰੌਲਾ ਪਾਇਆ ਸੀ ਨਾ ਅੱਜ ਤੋਂ 2 ਸਾਲ ਪਹਿਲਾਂ, ਵੀ ਮਾਈ ਭਾਗੋ ਬਾਰੇ ਇੱਦਾਂ ਲਿਖਿਆ ਹੋਇਆ ਹੈ। ਬੜੇ ਫਿਰਦੇ ਸੀ, ਮੈਨੂੰ ਵੀ ਪੁੱਛਦੇ ਸੀ ਆ ਕਿ ਮੈਂ ਕਿਹਾ ਸਾਨੂੰ ਇੱਕ ਲਾਈਨ ਪੜ੍ਹਾ ਦਿਓ ਇੱਦਾਂ ਦੀ, ਦੱਸ ਦਿਓ ਕਿੱਥੇ ਲਿਖਿਆ। ਇਹ ਬ੍ਰਿਜ ਭਾਸ਼ਾ ਤੋਂ ਲੈ ਕੇ ਸੰਸਕ੍ਰਿਤ, ਉਰਦੂ, ਫਾਰਸੀ, ਅਰਬੀ, ਇਹਦੇ ਵਿੱਚ ਪਤਾ ਨਹੀਂ ਕਿੰਨੀਆਂ ਭਾਸ਼ਾਵਾਂ ਕਵੀ ਨੇ ਲਿਖੀਆਂ ਨੇ। ਤੇ ਹੁਣ ਜੇ ਪੜ੍ਹਨੀ ਨਾ ਆਉਂਦੀ ਹੋਵੇ ਤੇ ਉਹ 'ਚ ਫਿਰ ਕਸੂਰ ਕੀ ਹੈ? ਹੁਣ ਆਪਾਂ ਨਿਤ ਬਾਣੀ ਪੜ੍ਹਦੇ ਹਾਂ, ਪਰਮੇਸ਼ਰ ਦਿੱਤਾ ਬੰਨਾ, ਇਹਦਾ ਅਰਥ ਦੱਸੋ ਕੀ ਹੈ? ਗੁਰੂ ਸਾਹਿਬ ਨੇ ਬੰਨਾ ਸ਼ਬਦ ਲਿਖਿਆ ਹੈ, ਮੇਰੇ ਵਰਗੇ ਬੜੇ ਗਾਉਂਦੇ ਆ, ਪਰ ਜਿਹਨੂੰ ਪਤਾ ਉਹ ਜਾਣਦਾ ਹੈ। ਇੱਥੇ ਬੰਨਾ ਦਾ ਅਰਥ ਹੈ ਪੁੱਤਰ। ਪੰਜਾਬੀ ਭਾਸ਼ਾ 'ਚ ਆਮ ਸੁਣਦੇ ਹੋ, ਜਦੋਂ ਬੰਨ ਲਾਇਆ ਜਾਂਦਾ ਹੈ, ਬੋਲੀਆਂ ਗਾਈਆਂ ਜਾਂਦੀਆਂ, ਵੇ ਤੇਰਾ ਬੰਨਾ ਚੜਿਆ ਜੁਬਾਰੇ, ਆਮ ਬੋਲੀ 'ਚ ਬੋਲਿਆ ਜਾਂਦਾ। ਬੰਨਾ ਨਾਮ ਪੁੱਤਰ ਦਾ ਹੈ। ਪਰ ਇੱਥੇ ਜੇ ਬੰਨੇ ਦੇ ਅਰਥ ਕਰੀਏ, ਖੇਤ ਵੱਟ ਬੰਨਾ, ਬੜੇ ਅਰਥ ਬਣ ਸਕਦੇ ਆ। ਅਰਥ ਬਹੁਤ ਨੇ ਬੰਨੇ ਦੇ ਅਰਥ, ਕੋਈ ਇੱਕ ਨਹੀਂ, ਸੈਂਕੜੇ ਅਰਥ ਨੇ। ਅਲੱਗ-ਅਲੱਗ ਭਾਸ਼ਾ, ਅਲੱਗ-ਅਲੱਗ ਬੋਲੀ 'ਚ ਅਲੱਗ-ਅਲੱਗ ਅਰਥ ਹੁੰਦੇ ਆ ਜੀ। ਇੱਕ ਬੋਲੀ ਹੈ, ਅਰਥ ਅਲੱਗ-ਅਲੱਗ ਹੋਣਗੇ ਕਿਸੇ 'ਚ। ਹੁਣ ਦੇਖੋ ਬੇਬੇ ਨਾਨਕੀ ਜੀ ਨੇ, ਮਾਲਵੇ ਵਾਲੇ ਬੇਬੇ ਕਹਿੰਦੇ ਮਾਂ ਨੂੰ, ਤੇ ਉਹ ਮਾਝੇ ਤੋਂ ਪਰਲੇ ਵਾਲੇ ਕਿਹਨੂੰ ਕਹਿੰਦੇ ਆ? ਭੈਣ ਨੂੰ। ਹੁਣ ਕਈ ਥਾਵਾਂ ਤੇ ਭਾਬੀ ਮਾਂ ਨੂੰ ਕਿਹਾ ਜਾਂਦਾ ਹੈ, ਕਿਤੇ ਕੋਈ ਮਾਸੀ ਨੂੰ ਵੀ ਕਹਿੰਦਾ ਹੈ, ਕਿਤੇ ਭਰਾ ਦੀ ਘਰ ਵਾਲੀ ਨੂੰ ਕਹਿੰਦੇ ਆ, ਕਿਤੇ ਭਾਜੀ ਸ਼ਬਦ ਭਰਾ ਲਈ ਵਰਤਿਆ ਜਾਂਦਾ ਹੈ, ਕਿਤੇ ਜਵਾਈ ਲਈ, ਜੀਜੇ ਲਈ ਵਰਤਿਆ ਜਾਂਦਾ ਹੈ। ਹੁਣ ਕੀ ਕਰੋਗੇ? ਲੜ ਪਓਗੇ ਜਾ ਕੇ ਵੀ ਤੂੰ ਮੀਨਿੰਗ ਗਲਤ ਕਰਤਾ। ਨਹੀਂ, ਆਪਣੀ ਆਪਣੀ ਬੋਲੀ ਹੈ। ਜਿਵੇਂ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਦੋਂ, ਕਿੱਥੇ, ਕਿਸ ਲਈ ਉਚਾਰਨ ਕੀਤਾ, ਇਹ ਦੱਸਣਾ ਪੈਣਾ, ਤਾਂ ਗੱਲ ਬਣਨੀ ਹੈ।
ਕਵੀ ਜੀ ਕਹਿੰਦੇ ਇੱਕ ਇਨਸਾਨ ਨੇ ਦੁੱਧ ਪੀ ਲਿਆ ਮੱਖੀ ਵਾਲਾ, ਉਹ ਕਹਿੰਦਾ ਲੈ ਮੱਖੀ ਮੇਰਾ ਕੀ ਕਰ ਲੂਗੀ, ਪੀ ਲਿਆ। ਭਾਵ ਕਿੱਥੇ ਜਾ ਰਿਹਾ ਹੈ? ਕਹਿੰਦੇ ਇੱਕ ਬੰਦਾ ਗੁਰੂ ਦੀ ਮਹਿਮਾ ਵੀ ਸੁਣਦਾ ਹੈ ਤੇ ਇਹੋ ਜਿਹੀ ਚੀਜ਼ਾਂ ਵੀ ਪਤਾ ਕਰਦਾ ਵੀ ਜੇ ਕਿਤੇ ਸਿੱਖੀ ਦੇ ਵਿਰੁੱਧ ਕੁਝ ਲਿਖਿਆ ਮਿਲ ਜੇ ਤੇ ਮੈਂ ਉਹ ਵੀ ਪੜ੍ਹ ਲਾਂ। ਅੱਜ ਕੱਲ੍ਹ ਹੈ ਕੰਮ ਬੜਾ ਚੱਲਦਾ ਇਹ। ਸਾਨੂੰ ਪਤਾ ਵੀ ਸਿੱਖੀ ਦਾ ਮਾਰਗ ਬੜਾ ਔਖਾ ਹੈ ਤੇ ਇਹਦੀ ਨਿੰਦਿਆ ਕਰ ਲਓ, YouTube ਤੇ TRP ਮਿਲ ਜੂਗੀ, 4 ਪੈਸੇ ਆਉਣਗੇ। ਕੰਮ ਹੀ ਫੜਿਆ, ਅੰਦਰ ਬਹਿ ਕੇ ਇੱਕ ਕੈਮਰਾ ਟੁੱਟਿਆ ਜਾ ਲਾ ਲਓ, ਪਿੱਛੇ ਗ੍ਰੀਨ ਪਰਦਾ ਲਾ ਲਓ, ਬਹਿ ਕੇ ਭੌਂਕੋ ਜਿੰਨਾ ਭੌਂਕ ਸਕਦੇ, ਵੱਧ ਘੱਟ ਬੋਲ ਸਕਦੇ ਬੋਲੋ, ਉੱਤੇ ਟਾਈਟਲ ਇਦਾਂ ਦਾ ਪਾ ਦਿਓ ਤੇ ਭੇਡਾਂ ਭੱਜ ਭੱਜ ਸ਼ੇਅਰ ਕਰਦੀਆਂ, ਉਹ ਬਾਬਾ ਜੀ ਦਾ ਨਵਾਂ ਗਿਆਨ ਆ ਗਿਆ। ਹੁਣ ਗਿਆਨ ਆ ਗਿਆ। ਜਦੋਂ ਕਰੋੜਾਂ ਧਰਮ ਦਾ ਖਾਧਾ ਉਦੋਂ ਗਿਆਨ ਕਿੱਥੇ ਸੀ, ਅੱਜ ਕਿੱਥੋਂ ਆ ਗਿਆ? ਇਹ ਸਭ TRP ਦੀਆਂ ਗੱਲਾਂ ਅਸੀਂ ਲੋਕ ਨਹੀਂ ਸਮਝ ਸਕਦੇ। ਪਰ ਕਵੀ ਨੇ ਸਪਸ਼ਟ ਕਰ ਦਿੱਤਾ, ਕਹਿੰਦੇ ਜਿਸ ਬੰਦੇ ਨੇ ਮੱਖੀ ਨੂੰ ਨਿਗਲਿਆ ਉਹਦੀ ਸਿਹਤ ਖਰਾਬ ਹੋ ਗਈ। ਕੀਰਤ ਨਿਰਮਲ ਜੋ ਉਰ ਧਾਰੈ, ਕਰੀ ਕੂ ਸਾਖੀ ਸੋ ਨਿਰਵਾਰ ਹੈ। ਆਮ ਇੱਕ ਕਹਾਵਤ ਬਣੀ ਹੈ, ਕਹਿੰਦੇ ਅੱਖੀ ਵੇਖ ਮੱਖੀ ਨਿਗਲੀ ਨਹੀਂ ਜਾਂਦੀ। ਭਾਵ ਕੀ ਹੈ? ਕਿਸੇ ਚੀਜ਼ ਵਿੱਚ ਮੱਖੀ ਪੈ ਗਈ, ਦੁੱਧ ਪੀ ਲਿਆ, ਉਲਟੀ ਆਊਗੀ, ਸੁਭਾਵਿਕ ਹੈ। ਅੰਦਰ ਕੋਈ ਚੀਜ਼ ਚਲੀ ਜਾਏ, ਮੱਖੀ ਇਹੋ ਜਿਹੀ ਚੀਜ਼ ਹੈ ਉਹਨੂੰ ਸਾਡਾ ਲੀਵਰ ਛੇਤੀ ਹਜ਼ਮ ਨਹੀਂ ਕਰਦਾ, ਬੈਕ ਮਾਰਦਾ, ਰਿਵਰਸ ਮਾਰਦਾ, ਦੁੱਧ ਪੀਤਾ ਬਾਹਰ ਆ ਜਾਂਦਾ ਹੈ। ਕਹਿੰਦੇ ਕਈਆਂ ਨੇ ਗੁਰੂ ਦੀ ਮਹਿਮਾ ਗਾਈ ਸੁਣੀ, ਪਰ ਨਿੰਦਕਾਂ ਵੱਲੋਂ ਦਿੱਤੀ ਛੋਟੀ ਜੀ ਮੱਖੀ ਅੰਦਰ ਪੜ੍ਹਦੀ ਲੈ ਗਏ ਤੇ ਗੁਰੂ ਨਾਨਕ ਦੀ ਮਹਿਮਾ ਸੁਣੀ ਹੋਈ ਵੀ ਜ਼ਹਿਰ ਬਣ ਗਈ। ਆਖੋ ਸਤਨਾਮ। ਮਾਰੀ ਕੱਢ ਕੇ ਬਾਹਰ। ਮੱਖੀ ਛੋਟੀ ਜੀ ਸੀ, ਦੁੱਧ ਕਿੰਨਾ ਵੇਸਟ ਹੋਇਆ। ਪੀਣ ਵਾਲੇ ਦਾ ਦੁੱਧ ਸਾਰਾ ਬਾਹਰ ਆ ਗਿਆ, ਉਲਟੀਆਂ ਕਰਦਾ ਫਿਰਦਾ। ਤੇ ਜਿਹਨੇ ਗੁਰੂ ਸਾਹਿਬ ਦੀ ਮਹਿਮਾ ਸੁਣੀ ਗਾਈ, ਬੜੀ ਸ਼ਰਧਾ ਰੱਖੀ, ਅੱਜ ਕੁਝ ਨਾਸਤਿਕ ਪ੍ਰਚਾਰਕ ਇਦਾਂ ਦੇ ਜਿਨ੍ਹਾਂ ਪਿੱਛੇ ਲੱਗ ਕੇ ਸਿੱਖਾਂ ਨੇ ਦਾੜੀਆਂ ਬਣਾ ਲਈਆਂ, ਕਿਰਪਾਨਾਂ ਲਾਤੀਆਂ। ਕਹਿੰਦੇ ਨਹੀਂ, ਗਿਆਨ ਦਿਮਾਗ 'ਚ ਹੋਣਾ ਚਾਹੀਦਾ, ਦਿਮਾਗ ਖੁੱਲ੍ਹਣਾ ਚਾਹੀਦਾ ਹੈ। ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ। ਦੱਸੋ ਕੀ ਕਰੋਗੇ? ਇੱਕ ਪਾਸੇ ਸਿੱਖੀ ਕਹਿੰਦੀ ਅੰਮ੍ਰਿਤ ਵੇਲੇ ਜਾਗ, ਬਾਣੀ ਪੜ੍ਹ, ਨਾਮ ਜਪ, ਸਿੱਖਾ ਅੰਮ੍ਰਿਤਧਾਰੀ ਹੋ, ਗੁਰੂ ਵਾਲਾ ਬਣ। ਸਾਰੇ ਜੀਵਨ ਸਤਿਗੁਰਾਂ ਨੇ ਇਹ ਸਿਖਾਇਆ ਤੇ ਇੱਕ ਮੇਰੇ ਵਰਗਾ ਟੁੱਟਿਆ ਜਿਹਾ ਬੰਦਾ ਕਹਿੰਦਾ ਲੈ ਅੰਮ੍ਰਿਤ ਛਕਣ ਦੀ ਲੋੜ ਨਹੀਂ, ਮਨ ਸਾਫ਼ ਹੋਣਾ ਚਾਹੀਦਾ। ਤੇ ਜੇ ਮਨ ਸਾਫ਼ ਹੋਣਾ ਚਾਹੀਦਾ, ਆਪਣਾ ਚੋਲਾ ਤਾਰ ਪਹਿਲਾਂ, ਕਕਾਰ ਤਾਰ। ਕਿਉਂ ਫਿਰ ਇਹ ਸਮਾਨ ਇਕੱਠਾ ਕਰਕੇ ਪੈਸੇ ਇਕੱਠੇ ਕਰਦਾ ਫਿਰਦਾ ਹੈ? ਬਣ ਕੇ ਵਿਖਾ ਲੋਕਾਂ ਵਰਗਾ। ਅੱਜ ਈਰਖਾ ਇਸ ਪੱਧਰ ਤੇ ਖੜੀ ਹੈ। ਧਰਮ ਨਾਲ ਈਰਖਾ, ਗੁਰੂਆਂ ਨਾਲ ਈਰਖਾ, ਗੁਰੂ ਸਾਹਿਬਾਂ ਦੇ ਸਰੋਵਰਾਂ ਨਾਲ ਈਰਖਾ, ਧਾਰਮਿਕ ਸਥਾਨਾਂ ਨਾਲ ਈਰਖਾ। ਪਰ ਉਸ ਪਾਪ ਦੇ ਭਾਗੀ ਅਸੀਂ ਵੀ ਬਣਦੇ ਜਾ ਰਹੇ ਹਾਂ। ਅਸੀਂ ਮੱਖੀ ਨਿਗਲੀ ਤੇ ਫਿਰ ਗੁਰੂ ਦੀ ਨਿੰਦਿਆ ਸ਼ੁਰੂ ਹੋ ਗਈ। ਦੇਖੋ ਦੁੱਧ ਅੰਮ੍ਰਿਤ ਵਰਗਾ ਸੀ, ਮੱਖੀ ਛੋਟੀ ਜੀ ਅੰਦਰ ਗਈ, ਅੰਮ੍ਰਿਤ ਸਮਾਨ ਦੁੱਧ ਵੀ ਵਿਸ਼ ਵਾਂਗੂ ਬਾਹਰ ਆ ਗਿਆ। ਗੁਰਮੁਖ ਸਿੱਖ ਅੰਬੁਜ ਸੇ ਜਈ, ਗੁਰ ਕੀਰਤ ਰਵ ਪ੍ਰੀਤਮ ਤੇਈ। ਜਿਹੜੇ ਗੁਰੂ ਦੇ ਪਿਆਰੇ ਤੇ ਸਿਆਣੇ ਸਿੱਖ ਸੀ, ਕਹਿੰਦੇ ਸਤਿਗੁਰਾਂ ਦੀ ਰੌਸ਼ਨੀ ਉਹਨਾਂ ਲਈ ਜੀਵਨ ਸੀ। ਜਿਵੇਂ ਸੂਰਜ ਦੀ ਰੌਸ਼ਨੀ ਕਿੰਨੇ ਕੰਮ ਆਉਂਦੀ ਹੈ। ਅੱਜ ਕੱਲ੍ਹ ਤੇ ਸੋਲਰ ਲਾ ਕੇ ਲੋਕਾਂ ਲਾਈਟ ਬਣਾ ਲਈ। ਸੂਰਜ ਤੋਂ ਬਨਸਪਤੀ ਖਿੜਦੀ ਹੈ, ਕਿੰਨਾ ਕੁਛ ਹੁੰਦਾ ਹੈ, ਸ੍ਰਿਸ਼ਟੀ ਚਮਕਦੀ ਹੈ, ਪਸ਼ੂ ਪੰਛੀ ਖੁਸ਼ ਰਹਿੰਦੇ ਆ। ਆ ਵਾਸ਼ਪੀਕਰਨ ਹੁੰਦਾ ਹੈ ਸੂਰਜ ਦੀ ਊਰਜਾ ਦੇ ਨਾਲ, ਪਾਣੀ ਭਾਪ ਬਣ ਚੜ੍ਹਦਾ ਤੇ ਫਿਰ ਬੱਦਲ ਆਉਂਦੇ ਆ। ਸੂਰਜ ਦੇ ਕਰਕੇ ਸਾਈਕਲ ਚੱਲਦਾ ਨਾ ਸਾਰਾ। ਕਹਿੰਦੇ ਗੁਰੂ ਕੇ ਸੂਰਜ ਸਮਾਨ ਹੈ। ਸਤਿਗੁਰਾਂ ਨੂੰ ਪਿਆਰ ਕਰਨ ਵਾਲੇ ਕਵਲ ਫੁੱਲ ਵਾਂਗ ਖਿੜਦੇ ਨੇ। 300 ਮੈਂ ਇਹ ਬਚਨ ਬਖਾਨੇ, ਸੁਨ ਕਰ ਗੁਰੂ ਮਹਿਮਾ ਜੇ ਜਨ ਮਾਨੈ। ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਗੁਰੂ ਦੇ ਬਚਨਾਂ ਤੇ ਭਰੋਸਾ ਕੀਤਾ, ਸਿਦਕ ਕੀਤਾ, ਕਹਿੰਦੇ ਉਹਨਾਂ ਨੇ ਗੁਰੂ ਦੀ ਕਥਾ ਨੂੰ ਸੁਣ ਕੇ ਜੀਵਨ ਬਣਾਇਆ। ਕਵੀ ਸੰਤੋਖ ਸਿੰਘ ਲਿਖ ਰਹੇ ਅੱਜ ਤੋਂ ਸੈਂਕੜੇ ਸਾਲ ਪਹਿਲਾਂ। ਕਹਿੰਦੇ ਜਿਨ੍ਹਾਂ ਅੰਦਰ ਸ਼ਰਧਾ ਨਹੀਂ ਸੀ, ਮਤਲਬ ਪਾਪ ਦੀ ਮੱਖੀ ਅੰਦਰ ਆ ਗਈ, ਸ਼ੰਕੇ ਦੀ, ਕਹਿੰਦੇ ਉਹਨਾਂ ਨੇ ਗੁਰੂ ਦੀ ਬਾਣੀ ਵੀ ਪੜ੍ਹੀ, ਪਾਠ ਵੀ ਕੀਤਾ, ਸੁਣਿਆ ਵੀ, ਸੇਵਾ ਵੀ ਕੀਤੀ। ਇੱਕ ਲਾਈ ਲੱਗ ਦੇ ਮਗਰ ਲੱਗ ਕੇ, ਨਾਸਤਕ ਨਿੰਦਕ ਦੇ ਪਿੱਛੇ ਲੱਗ ਕੇ ਜ਼ਿੰਦਗੀ ਦੀ ਸਾਰੀ ਕਮਾਈ ਬਰਬਾਦ ਕਰ ਲਈ। ਹੈ ਤੇ ਉਹ ਵੀ ਸਿੱਖ ਸੀ। ਅੱਜ ਬੜੇ ਇਹੋ ਜਿਹੇ ਲੋਕ ਨੇ ਜਿਹੜੇ ਇਹੋ ਜਿਹੇ ਲੋਕਾਂ ਪਿੱਛੇ ਲੱਗ ਕੇ ਆ ਗਏ ਨਾ, ਰੋਂਦੇ ਆ, ਕਹਿੰਦੇ ਭਾਈ ਸਾਹਿਬ ਕੀ ਕਰੀਏ, ਜਿਹਦੇ ਪਿੱਛੇ ਲੱਗੇ ਸੀ ਉਹ ਤੇ ਸਿਕਿਉਰਟੀਆਂ ਲਈ ਫਿਰਦੇ, ਅਸੀਂ ਰਹਿ ਗਏ ਡਾਂਗਾ ਖਾਣ ਨੂੰ। ਨਾ ਅਸੀਂ ਗੁਰਦੁਆਰੇ ਜਾ ਸਕਦੇ, ਨਾ ਅਸੀਂ ਪਾਠ, ਕਹਿੰਦੇ ਹੁਣ ਜੀ ਨਹੀਂ ਕਰਦਾ ਪਾਠ ਕਰਨ ਨੂੰ, ਨਾ ਗੁਰੂ ਘਰ ਤੇ ਸ਼ਰਧਾ ਰਹੀ। ਕਹਿੰਦੇ ਸਾਡਾ ਸ਼ੰਕਾ ਹੀ ਰਹਿੰਦਾ, ਸਰੋਵਰ ਬਣਿਆ ਕਾਹਦੇ ਲਈ ਹੈ, ਇਹਦੀ ਕੀ ਲੋੜ ਹੈ, ਇੱਥੇ ਮੱਛੀਆਂ ਰੱਖੀਆਂ ਨੇ, ਨਿਸ਼ਾਨ ਸਾਹਿਬ ਕਿਉਂ ਲਾਇਆ, ਇਹਦਾ ਕੀ ਕੰਮ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਉਂ ਕੀਤਾ, ਇੱਥੇ ਕੀ ਕੰਮ ਹੈ, ਪਾਠੀ ਗ੍ਰੰਥੀ ਕਿਉਂ ਨੇ, ਦੇਗ ਨੂੰ ਭੋਗ ਕਿਉਂ ਲਾਈਦਾ। ਰਹਿ ਗਿਆ ਦਿਮਾਗ 'ਚ ਜ਼ਹਿਰ। ਕੀ ਕਰਨਗੇ ਉਹ? ਜਿਹੜਾ ਬੰਦਾ ਘਰੇ ਦੁਖੀ ਆ ਉਹ ਗੁਰਦੁਆਰੇ ਸੁਖੀ ਕਿੱਥੋਂ ਹੋ ਜੂ? ਆਖੋ ਸਤਨਾਮ। ਅੱਜ ਇਹੀ ਹੈ। ਤੇ ਜਿਹੜੇ ਗੁਰੂ ਦੀ ਕਿਰਪਾ ਵਾਲੇ ਆ ਨਾ, ਉਹ ਕਹਿੰਦੇ ਮੈਂ ਕੀ ਲੈਣਾ, ਕੌਣ ਕੀ ਕਰਦਾ ਹੈ, ਮੈਂ ਜਾਣਾ ਸਤਿਗੁਰ ਦੀ ਮਹਿਮਾ ਸੁਣਨੀ ਹੈ, ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ।
ਕਵੀ ਜੀ ਕਹਿੰਦੇ ਉਹ ਲੋਕ, ਉਹ ਗੁਰਸਿੱਖ ਸਿੱਖੀ ਦਾ ਲਾਹਾ ਲੈਂਦੇ ਨੇ। ਦੋਹਰਾ ਬੇਮੁਖ ਮਨੁਜ ਉਲੂਕ ਜੋ, ਸਾਕਤ ਮਨ ਬਚ ਕਾਏ, ਤਿਨਕੇ ਸੰਗ ਨਾ ਬਹਿਸ ਹੋ, ਨੈ ਕਛ ਕਹੋ ਅਲਾਏ। ਹੁਣ ਜਿਹੜੇ ਸਿੱਖ ਭਾਈ ਸਾਹਿਬ ਦੇ ਬਚਨਾਂ ਨੂੰ ਸੁਣਦੇ ਸੀ, ਕਵੀ ਸੰਤੋਖ ਸਿੰਘ ਦੇ, ਤੇ ਕਵੀ ਜੀ ਕਹਿਣ ਲੱਗੇ ਉਹਨਾਂ ਨੂੰ, ਕਹਿੰਦੇ ਪਿਆਰਿਓ, ਜਿਹੜੇ ਗੁਰਸਿੱਖ ਨੇ ਨਾ ਅੰਦਰੋਂ ਚੜ੍ਹਦੀ ਕਲਾ ਵਾਲੇ, ਉਹ ਬਹਿਸ ਨਹੀਂ ਕਰਦੇ, ਉਹ ਕਿਸੇ ਸਾਖਤ ਦੇ ਕੋਲ ਨਹੀਂ ਬਹਿੰਦੇ, ਦੂਰ ਰਹਿੰਦੇ ਨੇ। ਕਹਿੰਦੇ ਗੁਰੂ ਘਰ ਦਾ ਨਿੰਦਕ ਹੈ, ਜੇ ਇਹਦੇ ਕੋਲ ਬੈਠਾਂਗੇ ਨਾ ਸਾਡੀ ਆਸਥਾ ਨੂੰ ਸੱਟ ਵੱਜੂਗੀ, ਅਸੀਂ ਵੀ ਪਾਠ ਨਹੀਂ ਕਰ ਸਕਦੇ। ਜਿਹੜਾ ਬੰਦਾ ਗੁਰੂ ਦੇ ਵਿਰੁੱਧ ਬੋਲਦਾ ਹੈ, ਜਿਹੜਾ ਪਿਆਰਾ ਗੁਰਸਿੱਖ, ਉਹ ਨਹੀਂ ਬਹਿੰਦਾ ਕੋਲੇ। ਇੱਕ ਜਿਹੜਾ ਸਾਡੇ ਵਰਗਾ ਚਸਕੀ ਵਾਲਾ ਵੀ ਮੈਨੂੰ ਇੱਥੋਂ ਵੀ ਕੁਝ ਪਤਾ ਲੱਗ ਜੇ, ਨਵੀਂ ਨੌਲੇਜ ਇੱਥੋਂ ਪਤਾ ਕਰ ਲਾ, ਉਹ ਆਪ ਵੀ ਪਰੇਸ਼ਾਨ ਹੈ। ਅੱਜ ਸਾਡੇ ਸਿੱਖਾਂ 'ਚ ਕਿੰਨੇ ਡਿਪਰੈਸ਼ਨ 'ਚ ਨੇ ਜੀ, ਕਿੰਨੇ ਪਰੇਸ਼ਾਨ ਨੇ। ਨਵਾਂ ਜਿਹਾ ਪ੍ਰਚਾਰ ਸੁਣ ਕੇ ਉਹਨਾਂ ਘਰ ਜੋਗੇ ਰਹੇ, ਘਰ ਦੇ ਵੀ ਘਰੋਂ ਕੱਢ ਗਏ ਉਹਨਾਂ ਨੂੰ। ਉਹ ਪਰਿਵਾਰ ਜੋਗੇ ਵੀ ਨਹੀਂ, ਗੁਰੂ ਘਰ ਜੋਗੇ ਵੀ ਨਹੀਂ। ਸ਼ਾਂਤੀ ਗੁਰੂ ਘਰ ਮਿਲਦੀ ਸੀ, ਉਹ ਗੁਰੂ ਘਰ ਤੇ ਬੈਠੇ ਸ਼ੰਕੇ ਕਰੀ ਜਾਂਦੇ ਆ, ਆਏ ਨਹੀਂ ਹੋਣਾ ਚਾਹੀਦਾ, ਹੋਣਾ ਚਾਹੀਦਾ, ਇਹ ਹੋਣੇ ਨਹੀਂ ਚਾਹੀਦੇ। ਫਿਰ ਆਨੰਦ ਕਿੱਥੇ ਮਿਲੂ, ਟਿਕਾ ਕਿੱਥੇ ਮਿਲੂਗਾ। ਕਵੀ ਜੀ ਕਹਿੰਦੇ ਭਾਈ ਜਿਹੜੇ ਅਸਲ ਸਿੱਖ ਨੇ ਨਾ, ਜੀਵਨ ਵਾਲੇ, ਉਹ ਨਾ ਸਾਖਤ ਕੋਲ ਬਹਿੰਦੇ ਨੇ, ਨਾ ਕਿਸੇ ਨਾਸਤਕ ਦੀ ਸੁਣਦੇ ਨੇ। ਆਖੋ ਸਤਨਾਮ। ਉਹ ਕਹਿੰਦੇ ਸਾਡਾ ਮਾਰਗ ਪਾਪ ਬਣਾਉਣਾ ਨਹੀਂ ਹੈ, ਮਾੜੇ ਕਰਮ ਕਰਨਾ ਨਹੀਂ ਹੈ, ਸਾਡਾ ਮਾਰਗ ਹੈ ਗੁਰੂ ਦੀ ਉਸਤਤ ਗਾ ਕੇ, ਗੁਰੂ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਹੈ। ਵਾਹਿਗੁਰੂ 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 ਵਾਹਿਗੁਰੂ।